ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਯੂਕਰੇਨ ਤੇ ਰਸ਼ੀਆ ਵਿਚਕਾਰ ਯੁੱਧ ਚੱਲ ਰਿਹਾ 3 ਹਫ਼ਤੇ ਤੋਂ ਜ਼ਿਆਦਾ ਹੋ ਚੁੱਕੇ ਨੇ। ਜੋ ਮਾਹਿਰ ਨੇ ਜੀਓਪੋਲਿਟਿਕਸ ਦੇ, ਉਹ ਇਸ ਨਿਸ਼ਕਰਸ਼ ਤੇ, ਇਸ ਕ੍ਰਕਸ ਤੇ, ਇਸ ਨਤੀਜੇ ਤੇ ਪਹੁੰਚੇ ਨੇ ਕਿ ਨਾਟੋ ਬਣੀ ਰਹੇਗੀ ਤੇ ਹੋਰ ਮਜ਼ਬੂਤ ਹੋਵੇਗੀ। ਅਮਰੀਕਾ, ਯੂਰਪ ਇੱਕ ਧੜਾ ਇਹ ਬਣੇਗਾ ਜਿਹਦੇ ਵਿੱਚ ਕਾਰਪੋਰੇਟਸ ਨੇ ਜੋ ਐਕਸਪਲੋਇਟ ਕਰਦੀਆਂ ਨੇ ਤੇ ਇਸ ਆਧਾਰ ਦੇ ਉੱਤੇ ਸਾਰੀ ਇਕਨੋਮੀ ਨੂੰ ਖੜਾ ਕਰਦੀਆਂ ਨੇ। ਤੇ ਦੂਜਾ ਧੜਾ ਹੋਏਗਾ ਰਸ਼ੀਆ, ਚਾਈਨਾ, ਈਰਾਨ ਤੇ ਹੋਰ ਦੇਸ਼ ਜੋ ਸਟਰਗਲ ਫॉर ਸਰਵਾਈਵਲ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਸੰਘਰਸ਼ ਕਰਦੇ ਰਹਿਣਗੇ। ਇਹ ਦੋ ਧੜਿਆਂ ਦਾ ਖੇਮਾ ਬਣੇਗਾ ਪੂਰਾ ਦੁਨੀਆ ਦਾ ਸਟਰਕਚਰ। ਇਹ ਜੀਓਪੋਲਿਟਿਕਸ ਦੇ ਮਾਹਿਰ ਮੰਨਦੇ ਨੇ ਤੇ ਕੋਲਡ ਵਾਰ ਦਾ ਸ਼ੀਤ ਯੁੱਧ ਜਿਹੜਾ ਚੱਲਦਾ ਸੀ ਰਸ਼ੀਆ ਤੇ ਅਮਰੀਕਾ ਦੇ ਵਿੱਚ, ਕਿਸੇ ਵੇਲੇ ਉਸ ਦਾ ਪੁਨਰ ਜਨਮ, ਦੁਬਾਰਾ ਜਨਮ ਹੋ ਸਕਦਾ ਤੇ ਉਹਦੇ ਵਿੱਚ ਹਿਊਮਨ ਰਾਈਟਸ ਦੇ ਵੱਲ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਏਗੀ ਤੇ ਕੋਈ ਐਥਿਕਸ ਨਹੀਂ ਹੋਣਗੇ। ਵਿਰੋਧਾਭਾਸ ਹੋਏਗਾ, ਆਪਸ ਦੇ ਵਿੱਚ ਟਕਰਾਅ ਹੋਏਗਾ ਸੋਚਾਂ ਦਾ, ਵਿਚਾਰਾਂ ਦਾ। ਤਾਂ ਇਸ ਤਰ੍ਹਾਂ ਦਾ ਇੱਕ ਟੈਂਸ਼ਨ ਵਾਲਾ ਮਾਹੌਲ ਬਣ ਸਕਦਾ ਹੈ ਇਸ ਯੁੱਧ ਤੋਂ ਬਾਅਦ, ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਤੇ ਯੂਰਪ ਨੇ ਮਿਲ ਕੇ ਜਿਹੜਾ ਇਹ ਸਾਰਾ ਸਟਰਕਚਰ ਦੁਨੀਆ ਦਾ ਉਸਾਰਿਆ ਹੈ, ਉਹਦੇ ਵਿੱਚ ਹੱਦ ਤੋਂ ਜ਼ਿਆਦਾ ਲਾਲਚ ਹੈ ਜੋ ਸਭ ਦੇ ਵਾਸਤੇ ਸਹੀ ਨਹੀਂ ਹੈ। ਤੇ ਥਰਡ ਵਰਲਡ ਕੰਟਰੀਜ਼ ਜਿਹੜੇ ਤੀਸਰੀ ਦੁਨੀਆ ਦੇ ਲੋਕ ਨੇ, ਤੀਸਰੀ ਦੁਨੀਆ ਦੇ ਦੇਸ਼ ਨੇ, ਉਹ ਕਿਸੇ ਵੀ ਤਰ੍ਹਾਂ ਨਾਲ ਇੰਨੇ ਤਾਕਤਵਰ ਨਹੀਂ ਕਿ ਉਹ ਇਸ ਲਾਲਚ ਦਾ ਸਾਹਮਣਾ ਕਰ ਸਕਣ। ਤਾਂ ਉੱਥੋਂ ਪੈਦਾ ਹੁੰਦਾ ਹੈ ਜੰਗ, ਯੁੱਧ, ਵਾਰ, ਇਹ ਸਥਿਤੀਆਂ, ਕਿਉਂਕਿ ਇਹ ਸਮੇਂ ਦੇ ਹੁਕਮਰਾਨਾਂ ਨੂੰ, ਰੂਲਰਸ ਨੂੰ ਤੇ ਕਾਰਪੋਰੇਟਸ ਨੂੰ, ਪੂੰਜੀਪਤੀਆਂ ਨੂੰ ਫਾਇਦਾ ਦਿੰਦੀਆਂ ਨੇ, ਕਿਉਂਕਿ ਜੰਗ ਵੀ ਇੱਕ ਤਰ੍ਹਾਂ ਦਾ ਉਤਪਾਦਨ ਹੈ ਜਿਹਦੇ ਨਾਲ ਇਕਨੋਮੀਜ਼ ਸਟਰੋਂਗ ਹੁੰਦੀਆਂ ਨੇ। ਇਹ ਬਹੁਤ ਡੀਪ ਸਟੱਡੀ ਹੈ, ਬਹੁਤ ਡੂੰਗੀ ਸਿੱਖਿਆ ਪ੍ਰਣਾਲੀ ਹੈ ਜੋ ਕਾਰਪੋਰੇਟਸ ਸਿਰਫ ਆਪਸ ਦੇ ਵਿੱਚ ਖੇਡਦੀਆਂ ਨੇ ਤੇ ਬਾਹਰ ਕਿਸੇ ਨੂੰ ਹਵਾ ਨਹੀਂ ਲੱਗਣ ਦਿੰਦੀਆਂ। ਤੇ ਨਾਲ ਉਹਨਾਂ ਦੇ ਮਿਲੇ ਹੁੰਦੇ ਨੇ ਰਾਜਨੀਤੀ ਕਰਨ ਵਾਲੇ ਵੱਡੇ ਵੱਡੇ ਸ਼ਾਸਕ। ਕੁਝ ਗੱਲਾਂ ਐਦਾਂ ਦੀਆਂ ਹੀ ਕਰਾਂਗੇ ਆਪਾਂ ਕਿ ਸਾਡੇ ਸਾਰਿਆਂ ਦੇ ਜੀਵਨ ਦੇ ਉੱਤੇ ਇਸ ਜੰਗ ਦਾ ਕੀ ਅਸਰ ਹੋ ਰਿਹਾ। ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬ ਚਰਚਾ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ ਤੇ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਇਕੋਨੋਮਿਸਟ, ਐਨਾਲਿਸਟ ਰਾਜੀਵ ਖੋਸਲਾ ਜੀ। ਹੈਲੋ ਸਰ, ਹਾਊ ਆਰ ਯੂ? ਠੀਕ ਠਾਕ ਜੀ ਸਰ, ਮੈਂ ਪਰਮਾਤਮਾ ਦੀ ਮਿਹਰ ਹੈ ਜੀ, ਪੂਰੀ ਠੀਕ ਠਾਕ ਹੈ। ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ, ਸਾਰੇ ਦਰਸ਼ਕ ਵੀ ਠੀਕ ਹੋਣਗੇ ਜੀ। ਜ਼ਰੂਰ, ਪਰਮਾਤਮਾ ਦੀ ਮਿਹਰ ਚਾਹੀਦੀ ਆ। ਸੋ ਇਸ ਵੇਲੇ ਜੋ ਇਕਨੋਮੀ ਹੈ ਰਸ਼ੀਆ ਦੀ, ਅਸੀਂ ਜਾਣਦੇ ਹਾਂ ਕਿ ਉਸ ਨੂੰ ਅਸੀਂ ਦੁਨੀਆ ਦੀ ਇਕਨੋਮੀ ਤੋਂ ਬਾਹਰ ਨਹੀਂ ਰੱਖ ਸਕਦੇ, ਕਿਉਂਕਿ ਰਸ਼ੀਆ ਬਹੁਤ ਸਟਰੋਂਗ ਮੁਲਕ ਆ, ਬਹੁਤ ਵੱਡਾ ਦੇਸ਼ ਆ ਤੇ ਉਹਦੇ ਕੋਲ ਨੈਚੁਰਲ ਰਿਸੋਰਸਿਸ ਬਹੁਤ ਜ਼ਿਆਦਾ ਨੇ, ਗੈਸ ਐਂਡ ਪੈਟਰੋਲੀਅਮ। ਸੋ ਉਸ ਦਾ ਇਫੈਕਟ ਪੂਰੀ ਦੁਨੀਆ ਦੀ ਇਕਨੋਮੀ ਤੇ ਉੱਤੇ ਹੋ ਰਿਹਾ। ਪੂਰੀਆਂ ਦੇਸ਼ਾਂ ਦੀਆਂ ਜਿਹੜੀਆਂ ਇਕਨੋਮੀਜ਼ ਨੇ ਉਹਨਾਂ ਦੇ ਵਿੱਚ ਵੀ ਫਲਕਚੁਏਸ਼ਨਸ ਅਸੀਂ ਦੇਖ ਸਕਦੇ ਹਾਂ। ਕਾਰਨ ਕੀ ਹੈ ਇਸ ਸਭ ਦਾ, ਜ਼ਰਾ ਕਲੀਅਰ ਕਰੋ ਸਾਡੇ ਦਰਸ਼ਕਾਂ ਨੂੰ। ਦੇਖੋ ਜੀ, ਤੁਸੀਂ ਵੈਸੇ ਤਾਂ ਗੱਲ ਪੂਰੀ ਕਰ ਹੀ ਲਈ ਹੈ ਸਰ, ਵੀ ਜਿਹੜਾ ਰਸ਼ੀਆ ਹੈਗਾ ਹੈ ਇਹਦੇ ਕੋਲ ਇੱਕ ਤਾਂ ਗੈਸ ਹੈ ਔਰ ਇੱਕ ਕਰੂਡ ਆਇਲ ਜਿਹੜਾ ਹੈ ਸਭ ਤੋਂ ਵੱਡੇ ਪ੍ਰੋਡਿਊਸਰਸ ਦੇ ਵਿੱਚ ਹੈ। ਦੂਸਰੇ ਔਰ ਤੀਸਰੇ ਨੰਬਰ ਤੇ ਪ੍ਰੋਡਿਊਸਰਸ ਨੇ ਗੈਸ ਤੇ ਕਰੂਡ ਦੇ। ਤੇ ਉਸ ਦੇ ਨਾਲ ਨਾਲ ਇਦਾਂ ਹੈ ਕਿ ਜਿਹੜਾ ਰਸ਼ੀਆ ਹੈ ਇਹਦੇ ਕੋਲ ਮੈਟਲਸ ਜਿਹੜੇ ਨੇ ਉਹਨਾਂ ਦਾ ਵੀ ਇਹਦੇ ਕੋਲ ਪੂਰਾ ਰਿਸੋਰਸਿਸ ਹੈਗੇ ਨੇ, ਚਾਹੇ ਅਸੀਂ ਸਟੀਲ ਦੀ ਗੱਲ ਕਰਦੇ ਹਾਂ ਜਾਂ ਪੈਲੇਡੀਅਮ ਜਿਹੜਾ ਹੈ ਇੱਕ ਮੈਟਲ, ਇਹ ਆਉਂਦਾ ਹੈ। ਤੀਸਰਾ ਇਹਦੇ ਕੋਲ ਜਿਹੜੇ ਖਾਣ ਵਾਲੀਆਂ ਵਸਤਾਂ ਨੇ, ਖਾਸ ਕਰਕੇ ਵੀਟ ਜਿਹੜੀ ਹੈ, ਯੂਕਰੇਨ ਔਰ ਰਸ਼ੀਆ ਦੇ ਵਿੱਚੋਂ ਦੀ ਦੋਨੋਂ ਮੁਲਕਾਂ ਤੋਂ ਵੀਟ ਬਹੁਤ ਵੱਡੇ ਤਾਦਾਦ ਦੇ ਵਿੱਚ ਇਹ ਅਫਰੀਕਾ ਵਾਲੀਆਂ ਕੰਟਰੀਜ਼ ਨੂੰ ਜਾਂਦੀ ਹੈ। ਤਾਂ ਇਹ ਜਿਹੜੇ ਦੋਨੋਂ ਮੁਲਕ ਜਿਹੜੇ ਇਸ ਵੇਲੇ ਲੜਾਈ ਦੇ ਵਿੱਚ ਲੱਗੇ ਹੋਏ ਨੇ, ਰਸ਼ੀਆ ਵੀ ਤੇ ਯੂਕਰੇਨ ਵੀ, ਇਹ ਬਹੁਤ ਵੱਡੇ ਰਿਸੋਰਸਿਸ ਨੇ। ਇਹਨਾਂ ਦੇ ਕੋਲ ਸਾਰੀਆਂ ਚੀਜ਼ਾਂ, ਧਾਤਾਂ ਨੇ, ਇਹਨਾਂ ਦੇ ਕੋਲ ਖਣਿਜ ਪਦਾਰਥ ਨੇ। ਉਸ ਕਰਕੇ ਇਹਨਾਂ ਦੀ ਦੁਨੀਆ ਦੇ ਵਿੱਚ ਜਿਹੜੀ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ। ਔਰ ਇਸੀ ਦਾ ਸਿੱਟਾ ਹੈ ਕਿ ਇਹਦੇ ਕਰਕੇ ਸਾਰੇ ਦੁਨੀਆ ਦੇ ਵਿੱਚ, ਸਾਰੇ ਮੁਲਕਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਅਫੈਕਟ ਜਿਹੜਾ ਹੈ ਇਸ ਲੜਾਈ ਦਾ ਜ਼ਰੂਰ ਪਹੁੰਚ ਰਿਹਾ। ਜੀ, ਮੈਂ ਇਹ ਸਮਝਦਾ ਕਿ ਜੋ
ਇਹਨਾਂ ਕੋਲ ਜ਼ਮੀਨ ਵੀ ਹੈ, ਕਿਉਂਕਿ ਏਰੀਆ ਸਭ ਤੋਂ ਵੱਡਾ ਹੈ ਦੁਨੀਆ ਦੇ ਵਿੱਚ ਰਸ਼ੀਆ ਦਾ। ਤੇ ਉਸ ਜ਼ਮੀਨ ਦੇ ਹੇਠਾਂ ਨੈਚੁਰਲ ਰਿਸੋਰਸਿਸ ਨੇ, ਜਿਹਦੇ ਵਿੱਚ ਮੇਨ ਹੈ ਗੈਸ, ਮੇਨ ਹੈ ਪੈਟਰੋਲੀਅਮ। ਤੇ ਇਸ ਦੌਲਤ ਨੂੰ, ਇਸ ਸਾਰੇ ਨੈਚੁਰਲ ਰਿਸੋਰਸਿਸ ਨੂੰ ਕਾਬੂ ਕਰਨ ਵਾਸਤੇ ਇਹ ਅਮਰੀਕਾ, ਨਾਟੋ ਕੰਟਰੀਜ਼ ਕੋਈ ਨਾ ਕੋਈ ਗੱਠਜੋੜ ਕਰਕੇ ਇਹ ਸਾਰਾ ਸਮੀਕਰਨ ਤਿਆਰ ਕਰ ਰਹੀਆਂ ਨੇ, ਜੋ ਜੀਓਪੋਲਿਟਿਕਸ ਦਾ ਖਾਸ ਹਿੱਸਾ ਹੈ। ਤੇ ਪੱਛਮ ਦੀਆਂ ਲੋੜਾਂ, ਜਿਹੜੀਆਂ ਨੈਚੁਰਲ ਕੁਦਰਤੀ ਲੋੜਾਂ ਨੇ ਸਾਰੀਆਂ, ਗੈਸ ਨੂੰ ਲੈ ਕੇ, ਪੈਟਰੋਲੀਅਮ ਨੂੰ ਲੈ ਕੇ, ਉਹ ਸਾਰੀਆਂ ਰਸ਼ੀਆ ਤੋਂ ਪੂਰੀਆਂ ਹੋ ਸਕਦੀਆਂ ਨੇ, ਕਿਉਂਕਿ ਉਹਦੇ ਕੋਲ ਕੁਦਰਤੀ ਸੋਮੇ ਬਹੁਤ ਜ਼ਿਆਦਾ ਜ਼ਬਰਦਸਤ ਨੇ। ਇਸ ਕਰਕੇ ਜਿਹੜੀਆਂ ਨਾਟੋ ਦੀਆਂ 30 ਕੰਟਰੀਜ਼ ਨੇ, 30 ਦੇਸ਼ ਨੇ, ਇਹ ਮਿਲ ਕੇ ਕੁਝ ਐਸਾ ਗੱਠਜੋੜ ਕਰ ਰਹੇ ਨੇ ਕਿ ਆਪਣੀਆਂ ਪੂਰੀਆਂ ਲੋੜਾਂ ਰਸ਼ੀਆ ਤੋਂ ਪੂਰੀਆਂ ਕਰੀਏ। ਤੇ ਉਹਦੇ ਵਾਸਤੇ ਯੂਕਰੇਨ ਨੂੰ ਇੱਕ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ, ਕਿਉਂਕਿ ਨਾਟੋ ਦੇ ਜ਼ਰੀਏ ਬਿਲਕੁਲ ਰਸ਼ੀਆ ਦੇ ਬਾਰਡਰਸ ਦੇ ਉੱਤੇ ਪਹੁੰਚ ਗਏ। ਇਸ ਕਰਕੇ ਰਸ਼ੀਆ ਜੋ ਹੈ ਉਹ ਆਪਣੇ ਹੋਂਦ ਦੀ ਲੜਾਈ ਲੜ ਰਿਹਾ, ਕਹਿੰਦਾ ਮੈਂ ਕੌਮੀ ਹਿੱਤ ਦੀ ਲੜਾਈ ਲੜ ਰਿਹਾ। ਇਟ ਇਜ਼ ਨਾਟ ਅ ਮਿਲਟਰੀ ਅਟੈਕ, ਇਟ ਇਜ਼ ਅ ਮਿਲਟਰੀ ਆਪਰੇਸ਼ਨ। ਸੋ ਇਸ ਤਰ੍ਹਾਂ ਟਰਮ ਦੇ ਰਿਹਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ। ਪਰ ਅਸੀਂ ਸਾਰੇ ਜਾਣਦੇ ਹਾਂ ਜੰਗ ਤਾਂ ਜੰਗ ਹੈ, ਤੇ ਜੰਗ ਦੇ ਵਿੱਚ ਲੋਕ ਮਰਦੇ ਨੇ, ਆਮ ਲੋਕਾਂ ਦੀ ਜਾਨ ਜਾਂਦੀ ਹੈ। ਸੋ ਅਸੀਂ ਇੱਕ ਸਵਾਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਐਨਰਜੀ ਕਰਕੇ ਜੋ ਇਹ ਸਾਰੀ ਸਪਲਾਈ ਕਰਦਾ, ਈਵਨ ਯੂਰਪ ਦੀਆਂ ਜੜ੍ਹਾਂ ਤੱਕ ਪਹੁੰਚਿਆ ਹੋਇਆ ਰਸ਼ੀਆ ਇਕਨੋਮੀ ਦੇ ਵਿੱਚ, ਕਿਉਂਕਿ ਉੱਥੇ ਵੀ ਗੈਸ ਸਪਲਾਈ ਹੁੰਦੀ ਹੈ, ਪੈਟਰੋਲੀਅਮ ਪ੍ਰੋਡਕਟਸ ਸਪਲਾਈ ਹੁੰਦੇ ਨੇ। ਇਸ ਕਰਕੇ ਰਸ਼ੀਆ ਦੀ ਇਕਨੋਮੀ ਜੋ ਹੈ ਉਹ ਯੂਰਪ ਦੀ ਇਕਨੋਮੀ ਤੋਂ ਵੀ ਬਹੁਤ ਕੁਝ ਖਿੱਚ ਲੈਂਦੀ ਹੈ, ਅਮੀਰ ਹੁੰਦੀ ਜਾ ਰਹੀ ਹੈ। ਉਧਰ ਚਾਈਨਾ ਦੀ ਇਕਨੋਮੀ ਵੀ ਅਮੀਰ ਹੁੰਦੀ ਜਾ ਰਹੀ ਹੈ। ਇਹ ਦੋਵਾਂ ਦੇਸ਼ਾਂ ਦੀ ਇਕਨੋਮੀਜ਼ ਰਿਚ ਹੁੰਦੀਆਂ ਜਾ ਰਹੀਆਂ, ਅਮੀਰ ਹੁੰਦੀਆਂ ਜਾ ਰਹੀਆਂ। ਯੂਰਪ ਨੂੰ ਇਸ ਦਾ ਵੀ ਖਤਰਾ ਹੈ। ਖਤਰਾ ਮਤਲਬ ਜੈਲਸ ਫੈਕਟਰ ਵੀ ਕਹਿ ਸਕਦੇ ਹੋ, ਔਰ ਅਮਰੀਕਾ ਵੀ ਉਹਦੇ ਵਿੱਚ ਸ਼ਾਮਿਲ ਹੈ ਜੋ ਇਹ ਚੀਜ਼ਾਂ ਨੂੰ ਦੇਖਦਾ। ਸੋ ਕੁੱਲ ਮਿਲਾ ਕੇ ਸਥਿਤੀ ਬਣਦੀ ਹੈ ਕਿ ਕਿਉਂ ਨਹੀਂ ਕੋਈ ਹੋਰ ਆਲਟਰਨੇਟਿਵ ਲੱਭ ਲੈਂਦੇ ਐਨਰਜੀ ਸੋਰਸਿਸ ਦਾ, ਕਿ ਐਨਰਜੀ ਕਿਸੇ ਤਰ੍ਹਾਂ ਨਾਲ ਹੋਰ ਪੈਦਾ ਕੀਤੀ ਜਾਏ, ਟਰਾਂਸਫਾਰਮ ਕਰ ਲੈਂਦੇ ਆਪਣੇ ਆਪ ਨੂੰ, ਤਾਂ ਕਿ ਝਗੜਾ ਹੀ ਖਤਮ ਹੋ ਜਾਏ। ਦੇਖੋ ਜੀ, એનર્ਜੀ ਟਰਾਂਸਫੋਰਮੇਸ਼ਨ ਜ਼ਰੂਰ ਹੋਏਗੀ, ਹੋ ਵੀ ਰਹੀ ਹੈ ਔਰ ਹੋਏਗੀ ਵੀ। ਆਪਾਂ ਥੋੜਾ ਜਿਹਾ ਜੇ ਆਪਣਾ ਹਿਸਟਰੀ ਦੇ ਵਿੱਚ ਝਾਤੀ ਮਾਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਵੀ 1970s ਦੇ ਵਿੱਚ ਇੱਕ ਲੜਾਈ ਹੋਈ ਸੀ ਜੀ, ਇਜ਼ਰਾਈਲ ਤੇ ਸੀਰੀਆ, ਇਹਨਾਂ ਦੇ ਵਿੱਚ। ਉੱਥੇ ਹੋਇਆ ਕੀ ਸੀ, ਅਮਰੀਕਾ ਨੇ ਡਾਇਰੈਕਟਲੀ ਉਹਦੇ ਵਿੱਚ ਆ ਕੇ ਇਜ਼ਰਾਈਲ ਦੀ ਸਪੋਰਟ ਕੀਤੀ ਸੀ। ਉਧਰੋਂ ਜਿਹੜੀਆਂ ਗਲਫ ਕੰਟਰੀਜ਼ ਨੇ ਉਹ ਸੀਰੀਆ ਔਰ ਇਜਿਪਟ ਦੇ ਨਾਲ ਖੜੀਆਂ ਹੋਈਆਂ ਆ ਕੇ। ਉਸ ਤੋਂ ਬਾਅਦ ਉਹ ਜਿਹੜੀ ਲੜਾਈ ਸੀਗੀ ਉਹਦੇ ਵਿੱਚ ਵੱਧ ਗਈ ਸੀ ਕਿ ਜਿਹੜੀਆਂ ਗਲਫ ਕੰਟਰੀਜ਼ ਨੇ, ਇਹਨਾਂ ਨੇ, ਅਰੇਬੀਅਨ ਕੰਟਰੀਜ਼ ਨੇ ਅਮਰੀਕਾ ਦਾ ਤੇਲ ਬੰਦ ਕਰਤਾ ਸੀ 1970s ਤੋਂ ਬਾਅਦ। ਉਸ ਤੋਂ ਬਾਅਦ ਦੁਨੀਆ ਨੇ ਇੱਕ એનર્ਜੀ ਦੇ ਵਿੱਚ ਟਰਾਂਸਫੋਰਮੇਸ਼ਨ ਦੇਖੀ ਜੀ, ਕਿਉਂਕਿ ਅਮਰੀਕਾ ਉਸ ਵੇਲੇ 73 ਜਦੋਂ ਬ੍ਰੈਟਨ ਵੁਡਸ ਦੀ ਕਾਨਫਰੰਸ ਹੋਈ, ਜਦੋਂ ਅਮਰੀਕਾ ਦੇ ਵਿੱਚ ਤੇਲ ਦੀ ਸਪਲਾਈ ਬੰਦ ਹੋਈ, ਉਸ ਤੋਂ ਬਾਅਦ ਅਮਰੀਕਾ ਬਹੁਤ ਮਾੜੇ ਤਰੀਕੇ ਦੇ ਨਾਲ ਅਮਰੀਕਾ ਦੇ ਉੱਤੇ ਇੱਕ ਸੈਟਬੈਕ ਲੱਗੀ। ਤਾਂ ਉਸ ਵੇਲੇ, ਉਸ ਤੋਂ ਬਾਅਦ ਦੇਖੋ, ਜੇ ਆਪਾਂ 1970s ਤੋਂ ਹੁਣ ਤੱਕ ਦਾ ਵਕਫੇ ਦੇ ਵਿੱਚ ਦੇਖਦੇ ਹਾਂ ਵੀ ਪਿਛਲੇ 40-50 ਸਾਲ ਦੇ ਟਾਈਮ ਦੇ ਵਿੱਚ ਕੀ ਹੋਇਆ, ਤਾਂ ਕੁਝ ਚੇਂਜਸ ਆਈਆਂ ਨੇ। ਉਹ ਚੇਂਜਸ ਕੀ ਸਨ? ਪਹਿਲੀ ਚੇਂਜ ਆਈ ਕਿ ਸਾਡੇ ਕੋਲ ਜਿਹੜੀ એનર્ਜੀ ਐਫੀਸ਼ੀਐਂਟ ਕਾਰਸ ਜਿਹੜੀਆਂ ਨੇ ਉਹ ਬਣੀਆਂ। ਪਹਿਲਾਂ ਆਪਾਂ ਦੇਖਦੇ ਸੀ ਵੱਡੀਆਂ ਸਾਰੀਆਂ ਗੱਡੀਆਂ ਹੁੰਦੀਆਂ ਸੀ, ਐਵਰੇਜ 5-5, 4-4 ਦੀ ਐਵਰੇਜ ਸੀ। ਹੁਣ ਅਸੀਂ ਦੇਖਦੇ ਹਾਂ 18-20 ਤੱਕ ਦੀ ਐਵਰੇਜ ਕਾਰਸ ਦੇ ਰਹੀਆਂ, ਕੁਝ ਉਸ ਤੋਂ ਵੀ ਜ਼ਿਆਦਾ ਦਿੰਦੇ। ਦੂਸਰੀ ਚੀਜ਼ ਜਿਹੜੀ ਹੋਈ ਕਿ ਸੈਕਿੰਡ ਜਿਹੜਾ ਸੀ ਵੀ ਯੂਐਸ ਨੇ ਸ਼ੇਲ ਆਇਲ ਜਿਹੜਾ ਹੈ ਉਹਦੀ ਖੋਜ ਕੀਤੀ, ਉਦੋਂ ਸਟਾਰਟ ਕੀਤੀ, ਉਹਦੇ ਤੇ ਇਨਵੈਸਟਮੈਂਟ ਕਰਨੀ ਦੀ ਸ਼ੁਰੂ ਕੀਤੀ। 2016-17 ਦੇ ਵਿੱਚ ਸ਼ੇਲ ਆਇਲ ਜਿਹੜਾ ਹੈ ਅਮਰੀਕਾ ਉਹਦਾ ਇੰਪੋਰਟਰ ਤੋਂ ਐਕਸਪੋਰਟਰ ਬਣ ਗਿਆ। ਇਹ ਵੀ ਉਸ એનર્ਜੀ ਟਰਾਂਸਫੋਰਮੇਸ਼ਨ ਦੇ ਵਿੱਚ ਜਾਂ એનર્ਜੀ ਦੇ ਵਿੱਚ ਇੱਕ ਸ਼ਿਫਟ ਆਈ ਹੈ। ਤੀਸਰਾ ਜਿਹੜਾ ਸੀ, ਹੋਰ ਮੁਲਕਾਂ ਨੇ ਵੀ ਇਸ ਚੀਜ਼ ਤੋਂ ਲੈਸਨ ਲੈਂਦੇ ਹੋਏ ਆਪਣੇ ਰਿਜ਼ਰਵਸ ਜਿਹੜੇ ਸੀ ਕ੍ਰੀਏਟ ਕੀਤੇ ਆਇਲ ਦੇ, ਤਾਂ ਕਿ ਜੇ ਕੱਲ ਨੂੰ ਉਹਨਾਂ ਦੇ ਨਾਲ ਕੋਈ ਏਦਾਂ ਦਾ ਹਾਦਸਾ ਹੋ ਜਾਂਦਾ, ਪ੍ਰੋਬਲਮ ਆ ਜਾਂਦੀ ਹੈ, ਤਾਂ ਘੱਟੋ ਘੱਟ ਉਹਨਾਂ ਕੋਲ ਰਿਜ਼ਰਵਸ ਹੋਣ 2-2, 3-3 ਮਹੀਨਿਆਂ ਦੇ। ਇਹਨਾਂ ਉਹਨਾਂ ਨੇ ਰਿਜ਼ਰਵ ਆਪਣੀ ਕੈਪੈਸਿਟੀਜ਼ ਬਣਾਈਆਂ। ਤਾਂ ਹੁਣ ਵੀ ਸਾਨੂੰ ਏਦਾਂ ਲੱਗ ਰਿਹਾ ਵੀ 2022 ਦੇ ਵਿੱਚ ਜਦੋਂ ਇਹ ਲੜਾਈ ਚੱਲ ਰਹੀ ਹੈ, ਤਾਂ ਇਸ ਤੋਂ ਬਾਅਦ ਵੀ ਕਿਤੇ ਨਾ ਕਿਤੇ એનર્ਜੀ ਟਰਾਂਸਫੋਰਮੇਸ਼ਨ ਜਿਹੜੀ ਹੈ ਉਹ ਹੋਣੀ ਸ਼ੁਰੂ ਹੋਏਗੀ। ਵੈਸੇ ਅਸੀਂ ਦੇਖ ਰਹੇ ਹਾਂ ਉਹ ਵੀ ਆਮ, ਜਦੋਂ ਅਸੀਂ ਦੇਖਦੇ ਹਾਂ, ਅੱਜ ਦਾ ਮੈਂ ਚੰਡੀਗੜ੍ਹ ਦੇ ਵਿੱਚ ਅਸੀਂ ਰਹਿੰਦੇ ਹਾਂ, ਤਾਂ ਅੱਜ ਦੇ ਅਖਬਾਰ ਦੀ ਤੁਹਾਨੂੰ ਗੱਲ ਦੱਸਦਾ ਜੀ, ਅਖਬਾਰ ਦੇ ਵਿੱਚ ਲਿਖਿਆ ਹੋਇਆ ਕਿ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ
ਜੀ ਉਹ ਬੱਸਿਸ ਜਿਹੜੀਆਂ ਲਏਗੀ ਉਹ ਗ੍ਰੀਨ ਬੱਸਿਸ ਲਏਗੀ, ਇਲੈਕਟ੍ਰਿਕ ਬੱਸਿਸ ਲਏਗੀ। ਇਹਦਾ ਜੀ ਮਤਲਬ ਹੈ ਦੇਖੋ ਵੀ ਆਪਾਂ ਇੱਕ ਟਰਾਂਸਫੋਰਮੇਸ਼ਨ ਕਰ ਰਹੇ ਹਾਂ, ਅਸੀਂ ਪੈਟਰੋਲ ਤੇਲ ਤੋਂ ਡੀਜ਼ਲ ਤੋਂ ਦੂਰ ਜਾ ਰਹੇ ਹਾਂ। ਇੱਕ ਚੀਜ਼ ਇਦਾਂ ਹੀ ਵੱਡੇ ਮੁਲਕ ਜਿਹੜੇ ਆ, ਬਾਕੀ ਮੁਲਕ ਜਿਹੜੇ ਨੇ ਉਹ ਵੀ ਇਸ ਜਿਹੜੀ ਟਰਾਂਸਫੋਰਮੇਸ਼ਨ ਦਾ ਹਿੱਸਾ ਬਣੇ ਹੋਏ ਨੇ। ਲੇਕਿਨ ਹੁਣ ਕੀ ਹੋਏਗਾ, ਇੱਕ ਰੈਡੀਕਲ ਸ਼ਿਫਟ ਆਏਗੀ ਇਸ ਸਾਰੇ ਦੇ ਵਿੱਚ, ਇੱਕ ਤੇਜ਼ੀ ਦੇ ਨਾਲ ਇਹਦੇ 'ਚ ਸ਼ਿਫਟ ਆਏਗੀ। ਜਿਹੜੀ ਸੋਲਰ એનર્ਜੀ, ਵਿੰਡ એનર્ਜੀ, ਜਿਹੜੀ ਇਸ એનર્ਜੀ ਦੇ ਵੱਲ ਨੂੰ ਲੋਕ ਜਿਹੜੇ ਆ, ਦੁਨੀਆ ਜਿਹੜੀ ਹੈ ਜਾਣਾ ਸ਼ੁਰੂ ਹੋਏਗੀ। ਦੂਜੀ ਜਿਹੜੀ ਚੀਜ਼ ਜਿਹੜੀ ਤੁਸੀਂ ਪੁਆਇੰਟ ਰੱਖਿਆ ਵੀ ਰਸ਼ੀਆ ਤੋਂ ਜਿਹੜਾ ਯੂਰਪ ਹੈ, ਕਿਉਂਕਿ ਰਸ਼ੀਆ ਯੂਰਪ ਦੀਆਂ ਜੜ੍ਹਾਂ ਦੇ ਵਿੱਚ ਵੜਿਆ ਹੋਇਆ ਤੇਲ ਔਰ ਗੈਸ ਨੂੰ ਲੈ ਕੇ, ਤਾਂ ਖਾਸ ਕਰਕੇ ਜਿਹੜੇ ਵੱਡੇ ਮੁਲਕ ਨੇ, ਜਰਮਨੀ ਫਰਾਂਸ ਵਰਗੇ ਜਿਹੜੇ ਮੁਲਕ ਨੇ ਜਿਨ੍ਹਾਂ ਦੀ ਰਿਲਾਇੰਸ 50% ਤੱਕ ਰਸ਼ੀਆ ਤੋਂ ਆਉਂਦੀ ਹੈ, ਤਾਂ ਉੱਥੇ ਦੇ ਜਿਹੜੇ ਬਿਜਲੀ ਅਦਾਰੇ ਨੇ, ਜਿੰਨੇ ਵੀ ਜਿੱਥੇ ਬਿਜਲੀ ਜਨਰੇਸ਼ਨ ਕੰਪਨੀਆਂ ਨੇ ਜਾਂ ਜੋ ਬਿਜਲੀ ਨੂੰ ਯੂਜ਼ ਕਰਦੀਆਂ ਨੇ, ਉਹ ਹੌਲੀ ਹੌਲੀ ਹੁਣ ਰਸ਼ੀਆ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਇਹ ਦੂਜੀ ਸਾਨੂੰ ਟਰਾਂਸਫੋਰਮੇਸ਼ਨ ਇਦਾਂ ਲੱਗਦਾ ਵੀ ਹੋਏਗੀ। ਤੀਸਰਾ ਜਿਹੜਾ ਹੈ ਹਾਈਡਰੋਜਨ ਜਿਹੜੀ ਹੈ ਉਹਦੀ ਵੀ ਵਰਤੋਂ ਕਿਤੇ ਨਾ ਕਿਤੇ ਵਧੇਗੀ। ਹੁਣ ਇਹ ਸਾਰੇ ਦੇ ਵਿੱਚ ਪ੍ਰੋਬਲਮ ਕੀ ਹੁੰਦੀ ਹੈ ਜਾਂ ਪ੍ਰੋਬਲਮ ਕੀ ਆਏਗੀ ਕਿ ਓਪੇਕ ਜਿਹੜਾ ਹੈਗਾ, ਜਿਹੜਾ ਓਪੇਕ ਕੰਟਰੀਜ਼ ਹੈਗੀਆਂ, ਗਲਫ ਕੰਟਰੀਜ਼ ਜ਼ਿਆਦਾਤਰ ਉਹਦੇ ਵਿੱਚ ਨੇ, ਇਹ ਸਾਰੀਆਂ ਨੂੰ ਪਤਾ ਵੀ ਅਗਲੇ 20 ਸਾਲ ਦੇ ਅੰਦਰ ਅੰਦਰ ਲੋਕਾਂ ਨੇ ਜਾਂ ਮੁਲਕਾਂ ਨੇ ਅਲੱਗ ਪਾਸੇ ਨੂੰ ਚੱਲ ਜਾਣਾ, ਤਾਂ ਤੇਲ ਪੈਟਰੋਲ ਡੀਜ਼ਲ ਨਹੀਂ ਖਤਮ ਹੋਏ, ਨਹੀਂ ਯੂਜ਼ ਹੋਏਗਾ। ਤਾਂ ਉਹ ਕੀ ਕਰ ਰਹੀਆਂ ਨੇ, ਉਹ ਆਪਣੇ ਰੇਟ ਜਿਹੜੇ 10-20 ਸਾਲਾਂ ਦੇ ਲਈ ਉਹਨਾਂ ਨੂੰ ਪਤਾ ਵੀ ਹੁਣ ਜੋ ਰੇਟ ਲੈ ਸਕਦੇ ਹੋ ਤੁਸੀਂ ਲੈਣਾ ਸ਼ੁਰੂ ਕਰ ਦਿਓ, ਨਿਚੋੜਨਾ ਸ਼ੁਰੂ ਕਰ ਲਓ। ਇਸ ਕਰਕੇ ਜਦੋਂ ਅਮਰੀਕਾ ਨੇ ਸਾਊਦੀ ਅਰੇਬੀਆ ਦੇ ਨਾਲ ਗੱਲ ਕੀਤੀ ਵੀ ਭਾਈ ਜਦੋਂ ਰਸ਼ੀਆ ਤੋਂ ਤੇਲ ਅਸੀਂ ਬੰਦ ਕਰਾਂਗੇ, ਸੈਂਕਸ਼ਨਸ ਲਾਵਾਂਗੇ, ਤਾਂ ਤੂੰ ਵਧਾ ਦੇ, ਸਾਊਦੀ ਅਰੇਬੀਆ ਕਹਿੰਦਾ ਮੈਂ ਨਹੀਂ ਜੀ ਵਧਾ ਸਕਦਾ, ਮੈਂ ਤਾਂ ਰੇਟ ਵੀ ਜ਼ਿਆਦਾ ਲਊਂਗਾ, ਮੈਂ ਸਪਲਾਈ ਵੀ ਨਹੀਂ ਵਧਾਊਂਗਾ। ਤਾਂ ਇਹ ਪ੍ਰੋਬਲਮਸ ਜਿਹੜੀਆਂ ਨੇ ਅਸੀਂ ਇਹ ਅੰਡਰਸਟੈਂਡ ਕਰ ਰਹੇ ਹਾਂ, ਸਾਨੂੰ ਇਹ ਨਜ਼ਰ ਆਉਂਦਾ ਵੀ ਇਹ ਰੈਪਰਕਸ਼ਨਸ ਇਸੇ ਚੀਜ਼ ਦੀਆਂ ਇਸ ਵੱਲ ਨੂੰ ਇਸ਼ਾਰਾ ਕਰ ਰਹੀਆਂ ਨੇ ਇਹ ਚੀਜ਼ਾਂ। ਜੀ ਬਿਲਕੁਲ, ਅਸੀਂ ਭਾਰਤ ਵੱਲ ਆਉਨੇ ਆ, ਪਰ ਉਸ ਤੋਂ ਪਹਿਲਾਂ ਇੱਕ ਗੱਲ ਕਰਾਂਗੇ ਕਿ ਜਦੋਂ ਸੋਵੀਅਤ ਸੰਘ ਟੁੱਟਦਾ ਹੈ 1992 ਦੇ ਵਿੱਚ, ਤਾਂ ਉਸੇ ਨਕਸ਼ੇ ਨੂੰ ਲੈ ਕੇ ਚੱਲ ਰਹੇ ਨੇ ਇਸ ਵਕਤ ਰਸ਼ੀਆ ਦੇ, ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਜੀ, ਕਿ ਉਸੇ ਨਕਸ਼ੇ ਨੂੰ ਸਾਕਾਰ ਕਰਨਾ ਚਾਹੁੰਦੇ ਨੇ। ਫਿਰ ਤੋਂ ਰਸ਼ੀਆ ਨੂੰ ਉਹੀ ਰੂਪ ਦੇਣਾ ਚਾਹੁੰਦੇ ਨੇ ਜੋ ਸੋਵੀਅਤ ਸੰਘ ਦਾ ਰੂਪ ਸੀ 1992 ਤੋਂ ਪਹਿਲਾਂ। ਤੇ 1992 ਦੇ ਵਿੱਚ ਜਿਹੜੇ ਦੇਸ਼ ਵੱਖ ਹੋਏ ਨੇ ਸੋਵੀਅਤ ਸੰਘ ਤੋਂ, ਉਹਨਾਂ ਵਿੱਚੋਂ ਕੁਝ ਦੇਸ਼ ਨਾਟੋ ਦਾ ਹਿੱਸਾ ਬਣ ਚੁੱਕੇ ਨੇ, ਤੇ ਯੂਕਰੇਨ ਵੀ ਉਸੇ ਹੀ ਰਸਤੇ ਦੇ ਉੱਤੇ ਜਾਂਦਾ ਹੋਇਆ, ਅਮਰੀਕਾ ਨਾਲ ਹੱਥ ਮਿਲਾਉਂਦਾ ਹੋਇਆ, ਚਾਰਟਰ ਦੇ ਉੱਤੇ ਵੀ ਸਾਈਨ ਕਰ ਚੁੱਕਾ ਹੈ। ਦੋਵੇਂ ਦੇਸ਼ਾਂ ਦੇ ਚਾਰਟਰਸ ਸਾਈਨ ਹੋ ਚੁੱਕੇ ਨੇ। ਤੇ ਉਸ ਤੋਂ ਬਾਅਦ ਰਸ਼ੀਆ ਨੇ ਇੱਕ ਕਦਮ ਚੁੱਕਿਆ ਯੂਕਰੇਨ ਨੂੰ ਸਮਝਾਉਂਦਿਆਂ ਹੋਇਆ ਕਿ ਤੂੰ ਕਿਸੇ ਵਕਤ ਸਾਡਾ ਹਿੱਸਾ ਸੀ, ਤੈਨੂੰ ਕੂਟਨੀਤੀ ਦਾ ਇਸਤੇਮਾਲ ਕਰਦੇ ਹੋਏ ਸਾਡੇ ਨਾਲ ਮਿਲ ਕੇ ਤੁਰਨਾ ਚਾਹੀਦਾ ਹੈ, ਨਾਟੋ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਪਰ ਹਜੇ ਤੱਕ ਉਹ ਨਾਟੋ ਦਾ ਹਿੱਸਾ ਤਾਂ ਨਹੀਂ ਬਣਿਆ, ਪਰ ਚਾਰਟਰਸ ਜ਼ਰੂਰ ਸਾਈਨ ਕੀਤੇ ਨੇ ਅਮਰੀਕਾ ਦੇ ਨਾਲ। ਤਾਂ ਉੱਥੋਂ ਇਹ ਹੋਰ ਜ਼ਿਆਦਾ ਟੈਨਸ਼ਨਸ ਵੱਧ ਗਈਆਂ। ਇਸ ਨੂੰ ਜੇ ਅਸੀਂ ਆਪਣੇ ਭਾਰਤ ਦੇ ਕੰਟੈਕਸਟ ਨਾਲ ਸਮਝੀਏ ਤਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਜਿਵੇਂ ਸਾਡਾ ਜੰਮੂ ਕਸ਼ਮੀਰ ਦਾ ਹਿੱਸਾ ਹੈ ਤੇ ਪਾਕਿਸਤਾਨ ਨਾਲ ਸਾਡੀ ਟੈਨਸ਼ਨ ਚੱਲਦੀ ਆ, ਤੇ ਲੱਦਾਖ ਦਾ ਜਿਹੜਾ ਸਾਡਾ ਹਿੱਸਾ ਹੈ ਚਾਈਨਾ ਨਾਲ ਸਾਡੀ ਟੈਨਸ਼ਨ ਚੱਲਦੀ ਆ। ਇਸ ਕਰਕੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਉਹ ਹਿੱਸੇ ਜੋ ਪਾਕਿਸਤਾਨ ਤੇ ਚਾਈਨਾ ਨਾਲ ਜੁੜੇ ਨੇ, ਉੱਥੇ ਟੈਨਸ਼ਨ ਚੱਲ ਰਹੀ ਹੈ। ਉੱਥੇ ਸ਼ਾਂਤੀ ਸਥਾਪਿਤ ਕਰਨਾ ਭਾਰਤ ਦੀ ਸਭ ਤੋਂ ਪਹਿਲੀ ਲੋੜ ਹੈ। ਠੀਕ ਉਸੇ ਤਰ੍ਹਾਂ ਰਸ਼ੀਆ ਦੇ ਬਾਰਡਰ ਦੇ ਨਾਲ ਜਿਹੜੇ ਇਲਾਕੇ ਲੱਗਦੇ ਨੇ, ਜਿਹੜੇ ਦੇਸ਼ ਲੱਗਦੇ ਨੇ, ਉਹਨਾਂ ਦਾ ਜੇ ਨਾਟੋ ਦੇ ਨਾਲ ਸਮਝੌਤਾ ਹੋ ਜਾਂਦਾ, ਉਹਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ, ਤਾਂ ਉੱਥੇ ਵੀ ਟੈਨਸ਼ਨ ਚੱਲੇਗੀ। ਰਸ਼ੀਆ ਹਮੇਸ਼ਾ ਟੈਨਸ਼ਨ ਵਿੱਚ ਰਹੇਗਾ, ਤਾਂ ਸਰਹੱਦਾਂ ਦੇ ਉੱਤੇ, ਬਾਰਡਰਸ ਦੇ ਉੱਤੇ ਕਦੀ ਵੀ ਸ਼ਾਂਤੀ ਦੀ ਸਥਾਪਨਾ ਨਹੀਂ ਹੋ ਸਕਦੀ। ਇਸ ਚੀਜ਼ ਨੂੰ ਅਸੀਂ ਭਾਰਤ ਦੇ ਕੰਟੈਕਸਟ ਨਾਲ ਇਸ ਤਰ੍ਹਾਂ ਸਮਝ ਸਕਦੇ ਹਾਂ। ਸੋ ਰਾਜੀਵ ਜੀ, ਭਾਰਤ ਦੀ ਇਕਨੋਮੀ ਦੇ ਉੱਤੇ ਕੀ ਅਸਰ ਪੈਣ ਜਾ ਰਿਹਾ ਇਸ ਯੁੱਧ ਦਾ, ਡਾਇਰੈਕਟਲੀ ਔਰ ਇਨਡਾਇਰੈਕਟਲੀ? ਦੇਖੋ ਜੀ, ਕਿਉਂਕਿ ਅਸੀਂ ਇੱਕ ਨੈਟ ਇੰਪੋਰਟਰ ਕੰਟਰੀ ਹਾਂ, ਅਸੀਂ ਉਹ ਕੰਟਰੀ ਹੈ ਜਿੱਥੇ ਸਾਰਾ ਕੁਝ ਅਸੀਂ ਆਯਾਤ ਕਰਦੇ ਹਾਂ ਜ਼ਿਆਦਾ, ਤਾਂ ਸਾਡੇ ਉੱਤੇ ਤਾਂ ਇਹਦਾ ਨੈਗੇਟਿਵ ਅਸਰ ਹੀ ਹੋ ਰਿਹਾ ਜੀ। ਆਲਰੇਡੀ ਸਾਡੇ ਮਹਿੰਗਾਈ ਜ਼ਿਆਦਾ ਸੀ, ਹੁਣ ਮਹਿੰਗਾਈ ਜਿਹੜੀ ਹੈ ਹੋਰ ਵਧੇਗੀ। ਆਪਾਂ ਪਹਿਲਾਂ ਵੀ ਕੁਝ ਹਫ਼ਤੇ ਪਹਿਲਾਂ ਵੀ ਗੱਲ ਕੀਤੀ ਸੀ ਇਸ ਚੀਜ਼ ਨੂੰ ਲੈ ਕੇ ਵੀ ਮਹਿੰਗਾਈ ਜਿਹੜੀ ਹੈ ਲਗਾਤਾਰ ਹਿੰਦੁਸਤਾਨ ਦੇ ਵਿੱਚ ਵੱਧ ਰਹੀ ਹੈ। ਦੇਖੋ ਤੁਸੀਂ ਹੁਣ ਇਹ ਦੇਖੋ, ਕੁਕਿੰਗ ਆਇਲ ਜਿਹੜਾ ਐਡੀਬਲ ਆਇਲ ਹੈ, ਇਹ ਸਾਡੇ ਕੋਲ ਦੋ ਪੱਖੋਂ ਆਉਂਦਾ। ਇੱਕ ਤਾਂ ਸਾਡੇ ਕੋਲ ਇੰਡੋਨੇਸ਼ੀਆ ਮਲੇਸ਼ੀਆ ਤੋਂ ਆਉਂਦਾ, ਜਾਂ ਰਸ਼ੀਆ ਯੂਕਰੇਨ ਤੋਂ ਆਉਂਦਾ। ਹੁਣ ਰਸ਼ੀਆ ਯੂਕਰੇਨ ਤੋਂ ਆਇਲ ਨਾ ਆਉਣ ਕਰਕੇ ਜਾਂ ਘੱਟ ਸਪਲਾਈ ਹੋਣ ਕਰਕੇ ਉਹਨਾਂ ਵੱਲੋਂ ਇੱਥੇ ਰੇਟ ਵਧਣੇ ਤੈਅ ਨੇ। ਦੂਜੀ ਚੀਜ਼ ਜਿਹੜੀ ਹੈ
ਵੀ ਸਟੀਲ ਜਿਹੜਾ ਹੈ, ਸਟੀਲ ਦੇ ਰੇਟ ਜਿਹੜੇ ਆ ਉਹਦੇ ਵੀ ਉਹ ਵੀ ਵੱਧ ਰਹੇ ਨੇ, ਜਿਹਦੇ ਕਰਕੇ ਸਕੂਟਰ, ਕਾਰਸ ਇਹਨਾਂ ਦੇ ਰੇਟ ਵੱਧ ਰਹੇ ਆ। ਹਜੇ ਮੈਂ ਪੈਟਰੋਲ ਦੀ ਗੱਲ ਨਹੀਂ ਕੀਤੀ, ਉਹ ਪੈਟਰੋਲ ਦੀ ਗੱਲ ਇਹਦੇ ਚ ਅਲੱਗ ਆਏਗੀ, ਉਹਦੇ ਨਾਲ ਅਲੱਗ ਇਨਫਲੇਸ਼ਨ ਬਰਨ ਹੋਏਗੀ। ਰਾਈਟ ਸਰ। ਫਿਰ ਜਿਹੜਾ ਐਲੂਮੀਨੀਅਮ ਹੈ, ਸਟੀਲ, ਐਲੂਮੀਨੀਅਮ, ਇਹ ਕੰਸਟਰਕਸ਼ਨ ਦੇ ਵਿੱਚ ਕੰਮ ਆਉਂਦਾ ਹੈ, ਤਾਂ ਕੰਸਟਰਕਸ਼ਨ ਜਿਹੜੀ ਹੈ, ਸੀਮੈਂਟ ਦੇ ਰੇਟ ਜਿਹੜੇ ਆ ਉਹ ਵੱਧ ਰਹੇ, ਕਿਉਂਕਿ ਕੋਲੇ ਦੀ ਗੱਲ ਹੋ ਰਹੀ ਹੈ। ਕੋਲਾ ਜਿਹੜਾ ਹੈ ਉਹ ਜਿਹੜੀਆਂ ਯੂਰਪੀਅਨ ਕੰਟਰੀਜ਼ ਨੇ ਉਹ ਕੋਲੇ ਦੀ ਗੱਲ ਕਰ ਰਹੀਆਂ ਵੀ ਹੁਣ ਕੋਲੇ ਦੇ ਨਾਲ ਉਹਨਾਂ ਨੇ ਆਪਣੇ ਬਿਜਲੀ ਘਰ ਚਲਾਉਣੇ ਆ, ਤਾਂ ਕੋਲਾ ਜਿਹੜਾ ਉਹ ਮਹਿੰਗਾ ਹੋ ਰਿਹਾ ਹੈ। ਹੁਣ ਜੇ ਕੋਲਾ ਮਹਿੰਗਾ ਹੋ ਰਿਹਾ, ਜਿਹੜੀ ਸਟੀਲ ਮਹਿੰਗੀ ਹੋ ਰਹੀ ਹੈ, ਐਲੂਮੀਨੀਅਮ ਮਹਿੰਗਾ ਹੋ ਰਿਹਾ, ਮੋਟਰ ਵਹੀਕਲਸ ਮਹਿੰਗੇ ਹੋ ਰਹੇ ਨੇ, ਖਾਣੇ ਵਾਲਾ ਤੇਲ ਮਹਿੰਗਾ ਹੋ ਰਿਹਾ, ਕਰੂਡ ਆਇਲ ਮਹਿੰਗਾਈ ਆ ਰਹੀ ਹੈ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਅਸੀਂ ਰੇਟ ਵਧਾ ਦਾਂਗੇ, ਤਾਂ ਓਵਰਆਲ ਇਹ ਸਾਰਾ ਕੁਝ ਜਿਹੜਾ ਹੈ ਇਹ ਮਹਿੰਗਾਈ ਦੇ ਵਿੱਚ ਹੀ ਰਿਫਲੈਕਟ ਹੋਏਗਾ। ਇੱਕ ਚੀਜ਼ ਹੋਰ ਮੈਂ ਇਹਦੇ ਚ ਕਹਿਣਾ ਚਾਹੁੰਦਾ ਵੀ ਦੇਖੋ, ਹੋਲਸੇਲ ਪ੍ਰਾਈਸ ਇੰਡੈਕਸ ਜਿਹੜਾ ਸੀ ਸਾਡੇ ਕੋਲ, ਹੋਲਸੇਲ ਪ੍ਰਾਈਸ ਇਨਫਲੇਸ਼ਨ ਜਿਹੜੀ ਆਈ ਹੈ ਉਹ 13.11% ਦੀ ਆਈ ਹੈ। ਹੋਲਸੇਲ ਦਾ ਮਤਲਬ ਕੀ ਹੈ? ਹਜੇ ਜਿਹੜੀਆਂ ਕੰਪਨੀਆਂ ਨੇ ਜੋ ਉਹ ਸਮਾਨ ਆਯਾਤ ਕਰ ਰਹੀਆਂ ਨੇ ਉਹਨਾਂ ਨੂੰ ਮਹਿੰਗਾਈ ਮਾਰ ਰਹੀ ਹੈ। ਹੌਲੀ ਹੌਲੀ ਕੱਲ ਨੂੰ ਉਹ ਜਦੋਂ ਚੀਜ਼ ਨੂੰ ਬਣਾਉਣਗੀਆਂ, ਅੱਜ ਕਿਸੇ ਨੇ ਸਟੀਲ ਲਿੱਤਾ ਹੈ ਕੰਪਨੀ ਨੇ, ਮੰਨ ਲਈ ਆਪਾਂ ਮਾਰੂਤੀ ਨੇ ਜਾਂ ਹੋਂਡਾ ਨੇ ਸਟੀਲ ਲਿੱਤਾ, ਉਹ ਸਟੀਲ ਜਿਹੜਾ ਹੈ ਜਾਂ ਐਲੂਮੀਨੀਅਮ ਜਦੋਂ ਸਕੂਟਰਸ ਦੇ ਵਿੱਚ ਯੂਜ਼ ਹੋਏਗਾ ਜਾਂ ਕਾਰਸ ਦੇ ਵਿੱਚ ਯੂਜ਼ ਹੋਏਗਾ, ਉਹ ਪੈਸਾ ਨਾਲ ਉਹਦੇ ਟਰਾਂਸਪੋਰਟੇਸ਼ਨ ਕਾਸਟ ਉੱਥੇ ਬਣੇਗੀ ਪਹਿਲਾਂ ਉਹ ਮਹਿੰਗੀ, ਪੋਰਟ ਤੇ ਉਤਰੇਗਾ, ਆਪਣੇ ਜਿੱਥੇ ਬਣਦੀ ਹੈ ਕਾਰਖਾਨੇ ਚ ਲੈ ਕੇ ਜਾਣਗੇ, ਜਦੋਂ ਕਾਰਖਾਨੇ ਤੋਂ ਬਾਹਰ ਆਏਗੀ ਗੱਡੀ, ਜਦ ਤੱਕ ਲੋਕਾਂ ਤੱਕ ਪਹੁੰਚੇਗੀ ਉਹਦੇ ਤੇ ਕਈ ਪ੍ਰਕਾਰ ਦੇ ਟੈਕਸ ਲੱਗ ਜਾਣਗੇ, ਤਾਂ ਹਰ ਚੀਜ਼ ਸਾਨੂੰ ਮਹਿੰਗੀ ਹੀ ਨਜ਼ਰ ਆਏਗੀ। ਅਸੀਂ ਆਲਰੇਡੀ ਦੇਖ ਰਹੇ ਹਾਂ, ਹਿੰਦੁਸਤਾਨ ਯੂਨੀਲੀਵਰ ਲਿਮਿਟਿਡ ਨੇ ਪਰਸੋਂ ਪ੍ਰਾਈਸਿਸ ਵਧਾਏ ਨੇ ਆਪਣੇ ਸੋਪਸ ਨੂੰ ਲੈ ਕੇ, ਸਾਬਣਾਂ ਨੂੰ, ਡਿਟਰਜੈਂਟ ਪਾਊਡਰ ਜਿਹੜੇ ਨੇ ਉਹਨਾਂ ਦੇ। ਇਹ ਸਾਰੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ, ਲੇਕਿਨ ਇਹ ਮਹਿੰਗਾਈ ਦੇ ਵਿੱਚ ਇਜ਼ਾਫਾ ਬਹੁਤ ਜ਼ਿਆਦਾ ਕਰਨਗੀਆਂ, ਹੋਰ ਮਹਿੰਗਾਈ ਜਿਹੜੀ ਹੈ ਅੱਗ ਲੱਗੇਗੀ। ਇੱਕ ਲਾਸਟ ਚੀਜ਼ ਜਿਹੜੀ ਇਹਦੇ ਚ ਆਉਂਦੀ ਹੈ, ਕਿਉਂਕਿ ਤੁਸੀਂ ਹਿੰਦੁਸਤਾਨ ਦੀ ਗੱਲ ਕੀਤੀ ਹੈ, ਤਾਂ ਹਿੰਦੁਸਤਾਨ ਤਿੰਨ ਚੀਜ਼ਾਂ ਜਿਹੜੀਆਂ ਨੇ ਹਿੰਦੁਸਤਾਨ ਐਕਸਪੋਰਟ ਕਰਦਾ। ਪਹਿਲੀ ਚੀਜ਼ ਜਿਹੜੀ ਹੈ ਰਿਫਾਈਨਡ ਪ੍ਰੋਡਕਟਸ, ਜਿਹੜੀਆਂ ਅਸੀਂ ਰਿਫਾਈਨਰੀ ਜਿਹੜੀ ਪ੍ਰੋਡਕਟਸ ਹੈ, ਅਸੀਂ ਤੇਲ ਲੈਂਦੇ ਹਾਂ ਉਹਨੂੰ ਰਿਫਾਈਨ ਕਰਕੇ ਔਰ ਉਹਨੂੰ ਵੇਚਦੇ ਹਾਂ ਛੋਟੇ ਮੁਲਕਾਂ ਨੂੰ, ਜਿੱਦਾਂ ਨੇਪਾਲ ਵਰਗੇ ਮੁਲਕ ਨੇ। ਰਾਈਟ ਸਰ। ਲੇਕਿਨ ਮਹਿੰਗਾ ਹੋਣ ਕਰਕੇ ਤੇਲ ਅਸੀਂ ਉਹਦੇ ਵਿੱਚੋਂ ਕੋਈ ਲਾਹਾ ਨਹੀਂ ਲੈ ਸਕ ਰਹੇ, ਰਿਫਾਈਨਰੀ ਦੇ ਵਿੱਚ ਵੀ ਸਾਨੂੰ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ। ਇਦਾਂ ਹੀ ਦੂਜੀ ਚੀਜ਼ ਆਉਂਦੀ ਹੈ, ਅਸੀਂ ਜੈਮਸ ਤੇ ਜੁਐਲਰੀ ਜਿਹੜੀ ਆਰਟੀਫਿਸ਼ੀਅਲ ਜੁਐਲਰੀ ਬਣਾ ਕੇ ਵੇਚਦੇ ਹਾਂ, ਲੇਕਿਨ ਉਹਦੇ ਲਈ ਵੀ ਸਮਾਨ ਜਿਹੜਾ ਆਉਂਦਾ ਰਾ ਮਟੀਰੀਅਲ ਮਹਿੰਗਾ ਮਿਲ ਰਿਹਾ, ਉਹਦੇ ਕਰਕੇ ਵੀ ਸਾਡੇ ਐਕਸਪੋਰਟ ਨੂੰ ਕੋਈ ਫਾਇਦਾ ਨਹੀਂ ਮਿਲ ਰਿਹਾ। ਤੀਸਰੀ ਚੀਜ਼ ਜਿਹੜੀ ਕੱਪੜਾ ਹੈ, ਜਿਹਨੂੰ ਅਸੀਂ ਐਕਸਪੋਰਟ ਕਰਦੇ ਹਾਂ ਜਾਂ ਅਸੀਂ ਸਸਤਾ ਬਣਾ ਲੈਂਦੇ ਹਾਂ, ਪਰ ਸਾਡੇ ਰੁਪਈਏ ਦੀ ਕੀਮਤ ਟੁੱਟਣ ਕਾਰਨ ਅਸੀਂ ਗਾਰਮੈਂਟਸ ਦਾ ਵੀ ਐਕਸਪੋਰਟ ਜਿਹੜਾ ਉਹਨਾਂ ਨਹੀਂ ਕਰ ਸਕੇ। ਸਿਰਫ ਇੱਕ ਲੌਤੀ ਚੀਜ਼ ਜੋ ਇਸ ਟਾਈਮ ਸਾਨੂੰ ਨਜ਼ਰ ਆ ਰਹੀ ਹੈ, ਜਿੱਥੋਂ ਲੱਗਦਾ ਵੀ ਹਿੰਦੁਸਤਾਨ ਜਿਹਦਾ ਐਕਸਪੋਰਟ ਕਰ ਸਕਦਾ, ਉਹ ਹੈਗਾ ਵੀਟ। ਇਸ ਵੇਲੇ ਕਿਉਂਕਿ ਰਸ਼ੀਆ ਔਰ ਯੂਕਰੇਨ ਤੋਂ ਵੀਟ ਆਣੀ ਬੰਦ ਹੋਈ ਹੈ, ਇਸ ਕਰਕੇ ਅਸੀਂ ਜਿਹੜੇ ਮੁਲਕਾਂ ਦੇ ਵਿੱਚ ਖਾਣੇ ਦੀ ਸਮੱਸਿਆ ਸ਼ੁਰੂ ਹੋ ਰਹੀ ਹੈ, ਅਸੀਂ ਉਹਨਾਂ ਮੁਲਕਾਂ ਦੇ ਵਿੱਚ ਤਕਰੀਬਨ ਸਾਡੇ ਕੋਲ ਜਿਹੜੀ 70 ਲੱਖ ਟਨ ਵੀਟ ਦਾ ਇਸ ਵੇਲੇ ਐਕਸਪੋਰਟ ਕਰਨ ਦਾ ਸਾਡੇ ਕੋਲ ਟਾਰਗੇਟ ਪਿਆ। ਅਸੀਂ ਐਕਸਪੋਰਟ ਕਰ ਸਕਦੇ ਹਾਂ ਜਾਂ ਕੈਪੇਬਿਲਿਟੀ ਹੈ, ਜੇ ਟਾਰਗੇਟ ਨਹੀਂ ਹੈ ਤਾਂ ਘੱਟੋ ਘੱਟ ਕੈਪੇਬਿਲਿਟੀ ਜ਼ਰੂਰ ਹੈ। ਅਸੀਂ ਸਾਡੇ ਕੋਲ ਕਿਉਂਕਿ ਸਰਪਲਸ ਪਈ ਹੈ, ਜੇ ਅਸੀਂ ਉਹਨੂੰ ਯੂਜ਼ ਕਰਦੇ ਹਾਂ ਇਸ ਵੀਟ ਨੂੰ ਤਾਂ ਸਾਡੇ ਲਈ ਫਾਇਦਾ ਹੋਏਗਾ। ਲੇਕਿਨ ਜੇ ਅਸੀਂ ਵੀਟ ਨੂੰ ਐਕਸਪੋਰਟ ਨਾ ਕਰ ਸਕੇ ਤਾਂ ਕਿਸਾਨਾਂ ਨੂੰ ਤਾਂ ਫਾਇਦਾ ਜ਼ਰੂਰ ਮਿਲ ਜਾਏਗਾ। ਰੇਟ ਜਿਹੜੇ ਵਧਣੇ ਸ਼ੁਰੂ ਹੋ ਗਏ, ਐਮਐਸਪੀ 2015 ਤੋਂ ਬਾਅਦ 2400 ਰੁਪਏ ਤੱਕ ਦਾ ਇਸ ਵੇਲੇ ਜਿਹੜੀ ਪੁਰਾਣੀ ਵੀਟ ਹੈ ਉਹ ਚੱਕਿਆ ਜਾ ਰਿਹਾ, ਪਰ ਲੋਕਾਂ ਨੂੰ ਵੀ ਫਿਰ ਆਟੇ ਦੇ ਰੇਟ ਜਿਹੜੇ ਆ ਉਹ ਮਹਿੰਗੇ ਦੇਣੇ ਪੈਣਗੇ। ਤਾਂ ਹਰ ਪਾਸੇ ਚਾਰ ਚੁਫੇਰੇ ਸਾਡੇ ਕੋਲ ਮਹਿੰਗਾਈ ਦਾ ਹੀ ਇਦਾਂ ਲੱਗ ਰਿਹਾ ਵੀ ਹੋਏਗੀ ਹਿੰਦੁਸਤਾਨ ਦੇ ਵਿੱਚ। ਬਿਲਕੁਲ ਇੱਕ ਓਪਰਚੁਨਿਟੀ ਤਾਂ ਹੈ ਇੰਡੀਆ ਵਾਸਤੇ, ਕਿਉਂਕਿ ਸਪੇਸ ਮਿਲ ਰਿਹਾ। ਯੂਕਰੇਨ ਤੇ ਰਸ਼ੀਆ ਵੀਟ ਦੇ ਸਭ ਤੋਂ ਜ਼ਿਆਦਾ ਵੱਡੇ ਪ੍ਰੋਡਿਊਸਰਸ ਨੇ, ਪਰ ਦੋਵੇਂ ਇਸ ਵਕਤ ਜੰਗ ਵਿੱਚ ਉਲਝੇ ਹੋਏ ਨੇ, ਇਸ ਕਰਕੇ ਵਰਲਡ ਮਾਰਕੀਟ ਨੂੰ ਜ਼ਿਆਦਾ ਉਹ ਵੀਟ ਨਹੀਂ ਸਪਲਾਈ ਕਰ ਸਕਦੇ, ਕਿਉਂਕਿ ਯੁੱਧ ਦੇ ਕਾਰਨ ਉਹਨਾਂ ਦੀ ਸਥਿਤੀ ਅਜਿਹੀ ਨਹੀਂ, ਤੇ ਇਹ ਸਪੇਸ ਖਾਲੀ ਹੋ ਰਿਹਾ, ਵੈਕਿਊਮ ਮਿਲ ਰਿਹਾ ਭਾਰਤ ਨੂੰ ਆਪਣਾ ਬਿਜ਼ਨਸ ਵਧਾਉਣ ਵਾਸਤੇ। ਜਿਹੜਾ ਸਰਪਲਸ ਵੀਟ ਆ ਉਹ ਸਪਲਾਈ ਕਰਕੇ ਉਹਨਾਂ ਮੁਲਕਾਂ ਨੂੰ ਵਰਲਡ ਮਾਰਕੀਟ ਦੇ ਵਿੱਚ ਭਾਰਤ ਆਪਣੇ ਬਿਜ਼ਨਸ ਨੂੰ ਨਵੇਂ ਸਿਰੇ ਤੋਂ ਐਸਟੈਬਲਿਸ਼ ਕਰ ਸਕਦਾ, ਆਪਣੀ ਇਕਨੋਮੀ ਨੂੰ ਗਰੋ ਕਰ ਸਕਦਾ, ਤੇ ਜਿਹੜੀ ਫੋਰਨ ਦੀ ਆਪਾਂ ਕਹਿੰਦੇ ਆ ਕਿ ਸਟਾਕਸ ਨੇ ਨਾ ਕਰੰਸੀ ਦੇ, ਡਾਲਰਸ ਦੇ, ਉਹ ਵੀ ਆਪਣੇ ਕੋਲ ਕਾਫੀ ਜਮ੍ਹਾਂ ਕਰ ਸਕਦਾ ਹੈ। ਖੈਰ ਇਹ ਇਕੁਏਸ਼ਨ ਹੈ, ਇਹ ਸਾਰੇ ਐਕਸਪਰਟਸ ਜਿਸ ਤਰ੍ਹਾਂ ਵੀ ਪਲਾਨ ਕਰਨਗੇ ਅਸੀਂ ਉਸ ਨੂੰ ਵਾਚ ਕਰਦੇ ਰਵਾਂਗੇ। ਨਾਲ ਅਸੀਂ ਇੰਡੀਆ ਦੀ ਸਥਿਤੀ ਦੇਖੀਏ ਤਾਂ ਜਿਹੜੀਆਂ ਕੰਪਨੀਆਂ ਨੇ ਨਾ ਰਾਜੀਵ ਜੀ, ਉਹ
10% ਲੋਕਾਂ ਵਾਸਤੇ ਹੀ ਕੰਮ ਕਰਦੀਆਂ ਨੇ, ਜਿਹੜੇ ਭਾਰਤ ਦੇ ਉੱਪਰ ਦੇ 10% ਲੋਕ ਨੇ। ਜੇ ਜ਼ਿਆਦਾ ਇਸ ਦੀ ਰੇਂਜ ਵਧਾਈ ਜਾਵੇ ਤਾਂ ਪਲੱਸ 20% ਹੋਰ ਹੋ ਜਾਂਦੇ ਨੇ, ਟੋਟਲ 30% ਹੋ ਜਾਂਦੇ ਨੇ, ਤੇ ਉਹਨਾਂ ਦੇ ਉੱਤੇ ਇਹ ਸਾਰੀਆਂ ਕੰਪਨੀਆਂ ਚੱਲਦੀਆਂ ਨੇ। ਤੇ ਜਿਹੜੇ ਭਾਰਤ ਦੇ ਗਰੀਬ ਲੋਕ ਨੇ ਉਹਨਾਂ ਵਾਸਤੇ ਪ੍ਰੋਡਕਸ਼ਨ ਕੌਣ ਕਰੇ? ਤਾਂ ਜ਼ਾਹਿਰ ਤੌਰ ਤੇ ਸਰਕਾਰ ਨੂੰ ਆਉਣਾ ਹੀ ਪਏਗਾ ਗੇਮ ਦੇ ਵਿੱਚ ਕਿ ਉਹ ਪ੍ਰੋਡਕਸ਼ਨ ਕਰੇ। ਤੇ ਜਦੋਂ ਗਰੀਬਾਂ ਵਾਸਤੇ ਪ੍ਰੋਡਕਸ਼ਨ ਕਰਦੀ ਹੈ ਸਰਕਾਰ ਤਾਂ ਉਹਦੇ ਨਾਲ ਗਰੀਬਾਂ ਦੀ ਡਿਮਾਂਡ ਵਧੇਗੀ। ਉਹ ਡਿਮਾਂਡ ਜਦੋਂ ਵਧੇਗੀ ਤੇ ਮਾਰਕੀਟ ਦੇ ਵਿੱਚ ਜਿਹੜੀ ਇਹ ਕੰਪਲੇਂਟ ਚੱਲ ਰਹੀ ਹੈ ਕਿ ਡਿਮਾਂਡ ਨਹੀਂ ਹੈ, ਪ੍ਰਾਈਵੇਟ ਕੰਪਨੀਆਂ ਜਿਹੜੀਆਂ ਸਿਰਫ 10 ਤੋਂ 20% ਜਾਂ 30% ਲੋਕਾਂ ਲਈ ਕੰਮ ਕਰਦੀਆਂ ਨੇ, ਉਹ ਵੀ ਕਹਿੰਦੀਆਂ ਨੇ ਸਾਡੇ ਕੋਲ ਡਿਮਾਂਡ ਨਹੀਂ ਹੈ। ਪਰ ਜਦੋਂ ਗਰੀਬਾਂ ਵਾਸਤੇ ਪ੍ਰੋਡਕਸ਼ਨ ਹੋਣੀ ਸ਼ੁਰੂ ਹੋ ਜਾਏਗੀ ਗਵਰਨਮੈਂਟ ਵੱਲੋਂ ਤਾਂ ਗਰੀਬ ਡਿਮਾਂਡ ਕਰਨਗੇ, ਤੇ ਗਰੀਬ ਜ਼ਿਆਦਾ ਨੇ, ਡਿਮਾਂਡ ਜ਼ਿਆਦਾ ਹੋਏਗੀ, ਤੇ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਵੀ ਜ਼ਿਆਦਾ ਡਿਮਾਂਡ ਕਰਕੇ ਜ਼ਿਆਦਾ ਸਪਲਾਈ ਕਰਨ ਦੀ ਲੋੜ ਪੈ ਸਕਦੀ ਹੈ, ਉਹਨਾਂ ਦੀ ਵੀ ਇਨਕਮ ਜਨਰੇਟ ਹੋ ਸਕਦੀ ਹੈ, ਤਾਂ ਪੂਰੀ ਇਕਨੋਮੀ ਇੰਡੀਆ ਦੀ ਸਟਰੋਂਗ ਹੋ ਸਕਦੀ ਹੈ। ਗਵਰਨਮੈਂਟ ਨੂੰ ਇਨੀਸ਼ੀਏਟਿਵ ਲੈਣਾ ਪੈਣਾ। ਸੋ ਇੱਕ ਪੁਆਇੰਟ ਇਹ ਆ ਕਿ ਜਦੋਂ ਆਪਾਂ ਇਹ ਵੀ ਦੇਖਦੇ ਹਾਂ ਕਿ ਇਲੈਕਸ਼ਨਸ ਜਦੋਂ ਚੱਲ ਰਹੀਆਂ ਨੇ ਉਦੋਂ ਪ੍ਰਾਈਸ ਨਹੀਂ ਘਟਦੀ ਪੈਟਰੋਲੀਅਮ ਦੀ, ਆਪਾਂ ਇਹ ਦੇਖਦੇ ਹਾਂ। ਸੋ ਦੂਜਾ ਪੁਆਇੰਟ ਇਹ ਆ ਕਿ ਪੈਟਰੋਲੀਅਮ ਪ੍ਰੋਡਕਟਸ, ਇਹਦੀ ਕੀਮਤ ਜ਼ਿਆਦਾ ਨਹੀਂ ਹੋ ਰਹੀ, ਕੰਟਰੋਲਡ ਆ। ਇਹ ਇੰਡੀਆ ਦੇ ਵਿੱਚ ਇਲੈਕਸ਼ਨਸ ਨੇ ਇਹ 5 ਸੂਬਿਆਂ ਦੇ ਵਿੱਚ ਇਸ ਕਰਕੇ, ਜਾਂ ਫਿਰ ਕੋਈ ਹੋਰ ਗੇਮ ਪਲਾਨ ਹੈ ਗਵਰਨਮੈਂਟ ਦੀ ਜੋ ਇਸ ਦੇ ਪਿੱਛੇ ਚੱਲਦੀ ਪਈ ਹੈ? ਇਹ ਸਾਰਾ ਜ਼ਰਾ ਬਰੀਫਿੰਗ ਕਰੋ ਸਾਨੂੰ। ਦੇਖੋ ਜੀ, ਪਹਿਲਾਂ ਤਾਂ ਇਦਾਂ ਲੱਗਦਾ ਸੀ ਕਿ ਜਿਹੜੀਆਂ 5 ਸੂਬਿਆਂ ਦੇ ਵਿੱਚ ਇਲੈਕਸ਼ਨਸ ਨੇ ਉਹਦੇ ਕਰਕੇ ਪੈਟਰੋਲ ਦੇ ਰੇਟ ਜਾਂ ਡੀਜ਼ਲ ਦੇ ਰੇਟ ਨਹੀਂ ਵਧੇ। ਪਰ ਹੁਣ ਗੱਲ ਇਦਾਂ ਹੈ ਵੀ ਫਿਰ ਇਹ ਗੱਲ ਸਮਝ ਨਹੀਂ ਆਉਂਦੀ ਵੀ ਜਦੋਂ ਥੰਪਿੰਗ ਮੈਜੋਰਟੀ ਦੇ ਨਾਲ ਬੀਜੇਪੀ 4 ਸਟੇਟਸ ਦੇ ਵਿੱਚ ਜਿੱਤ ਕੇ ਆਉਂਦੀ ਹੈ, ਜਿਹਦੀ ਕੇਂਦਰ ਦੇ ਵਿੱਚ ਸਰਕਾਰ ਹੈ, ਤਾਂ ਫਿਰ ਉਹ ਕਿਉਂ ਨਹੀਂ ਰੇਟ ਵਧਾਉਂਦੀ? ਇਹ ਚੀਜ਼ ਜਿਹੜੀ ਹੈ ਦੇਖਣ ਵਾਲੀ ਚੀਜ਼ ਹੈ ਵੀ ਹੁਣ ਸਰਕਾਰ ਨੂੰ ਕੌਣ ਰੋਕ ਰਿਹਾ? ਕਿਉਂਕਿ ਸਰਕਾਰ ਨੇ ਜਿਹੜਾ ਐਸਟੀਮੇਟ ਲਗਾਇਆ ਸੀ ਤੇਲ ਨੂੰ ਲੈ ਕੇ, ਉਹ 70 ਤੋਂ 75 ਡਾਲਰ ਪਰ ਬੈਰਲ ਸੀਗਾ, ਵੀ ਜੋ ਇਕਨੋਮਿਕ ਸਰਵੇ ਨੇ ਗੱਲ ਕੀਤੀ ਸੀ ਫਰਵਰੀ ਦੇ ਵਿੱਚ, ਵੀ 70 ਤੋਂ 75 ਡਾਲਰ ਪਰ ਬੈਰਲ ਤੇਲ ਜਿਹੜਾ ਹੈ ਉਹ ਹਿੰਦੁਸਤਾਨ ਨੂੰ ਮਿਲੇਗਾ, ਜਦਕਿ ਤੇਲ ਦੇ ਰੇਟ ਤਾਂ ਇਸ ਵੇਲੇ 139 ਡਾਲਰ ਪਰ ਬੈਰਲ ਤੱਕ ਵੀ ਪਹੁੰਚੇ ਨੇ। ਅੱਜ ਭਾਵੇਂ ਉਹ 95 ਤੋਂ 100 ਡਾਲਰ ਦੇ ਵਿੱਚ ਨੇ, ਪਰ ਵਿੱਚ ਜੇ ਉਹ ਰੇਟ ਬਹੁਤ ਜ਼ਿਆਦਾ ਵੱਧ ਗਏ ਸੀ। ਹੁਣ ਦੇਖੋ, ਇੱਥੇ ਜਿਹੜੀ ਸਮੱਸਿਆ ਖੜੀ ਹੁੰਦੀ ਹੈ, ਇਹ ਬੜੀ ਵਿਚਿੱਤਰ ਜੀ ਇੱਕ ਸਥਿਤੀ ਸਾਨੂੰ ਨਜ਼ਰ ਆਉਂਦੀ ਹੈ। ਸਰਕਾਰ ATF ਦੇ ਰੇਟ ਵਧਾਉਂਦੀ ਹੈ, ਏਵੀਏਸ਼ਨ ਟਰਬਾਈਨ ਫਿਊਲ ਦੇ, ਉਹਦੇ ਰੇਟ ਵੱਧਦੇ ਆ। LPG ਦਾ ਕਮਰਸ਼ੀਅਲ ਸਿਲੰਡਰ ਹੈ, ਉਹਦੇ ਰੇਟ ਵੱਧਦੇ ਨੇ। ਪਰ ਫਿਰ ਸਰਕਾਰ ਜਿਹੜੀ ਹੈ ਆਮ ਜਿਹੜੀ ਲੋਕਾਂ ਦੇ ਲਈ ਯੂਜ਼ ਹੋਣ ਵਾਲੀ ਗੈਸ ਜਾਂ ਪੈਟਰੋਲ ਡੀਜ਼ਲ, ਇਹਦੇ ਰੇਟ ਕਿਉਂ ਨਹੀਂ ਵਧਾਉਂਦੀ? ਤਾਂ ਇਹਦੇ ਲਈ ਸਾਨੂੰ ਥੋੜਾ ਜਿਹਾ ਇੱਥੋਂ ਫਿਊਚਰ ਦੇ ਵਿੱਚ ਦੇਖਣਾ ਪਏਗਾ। ਫਿਊਚਰ ਇਦਾਂ ਹੈ, ਭਵਿੱਖ ਦੇ ਵਿੱਚ ਅਗਲੇ 3 ਮਹੀਨੇ ਦੇ ਅੰਦਰ ਅਸੀਂ ਦੇਖਦੇ ਹਾਂ ਵੀ 30 ਜੂਨ 2022 ਨੂੰ ਜਿਹੜੀ ਸਰਕਾਰ ਨੇ GST ਦੀ ਕੰਪਨਸੇਸ਼ਨ ਸਟੇਟਸ ਨੂੰ ਦਿੱਤੀ ਸੀ, ਉਹ ਖਤਮ ਹੋ ਜਾਏਗੀ। 30 ਜੂਨ 2022 ਨੂੰ ਜਿਹੜਾ 5 ਸਾਲ 2017 ਤੋਂ ਬਾਅਦ ਕੇਂਦਰ ਸਰਕਾਰ ਨੇ ਜਿਹੜੀਆਂ ਸੂਬਾਈ ਸਰਕਾਰਾਂ ਨੇ ਇਹਨਾਂ ਨੂੰ ਜੋ ਕੰਪਨਸੇਸ਼ਨ ਦੇਣੀ ਸੀ, ਉਹ ਬੰਦ ਹੋ ਜਾਏਗੀ ਜੀ। ਕਿ ਜੇ ਸਟੇਟ ਨੂੰ ਕੋਈ ਘਾਟਾ ਹੁੰਦਾ ਤਾਂ ਕੇਂਦਰ ਸਰਕਾਰ ਉਹਨੂੰ ਮੁਆਵਜ਼ਾ ਦਿੰਦੀ ਸੀ। ਬਦਲੇ ਦੇ ਵਿੱਚ ਸਾਰੇ ਦੇ ਸਾਰੇ ਜਿਹੜੀ ਸਟੇਟ ਦੀਆਂ ਰਾਈਟਸ ਸੀ ਟੈਕਸ ਲਾਉਣ ਦੀਆਂ, ਮੋਟੀਆਂ ਚੀਜ਼ਾਂ ਨੂੰ 5-7 ਨੂੰ ਛੱਡ ਕੇ 75% ਜਿਹੜੀ ਸਟੇਟ ਦੀਆਂ ਚੀਜ਼ਾਂ ਦੀਆਂ ਰਾਈਟਸ ਸੀਗੀਆਂ, ਉਹ ਸੈਂਟਰ ਗਵਰਨਮੈਂਟ ਨੇ GST ਦੇ ਅੰਦਰ ਲੈ ਲਈਆਂ ਸੀ। ਜਦਕਿ ਸੂਬਾਈ ਸਰਕਾਰਾਂ ਕੋਲ ਮੋਟੇ ਤੌਰ ਤੇ ਸਿਰਫ 25% ਇਦਾਂ ਦੇ ਸਿਰਫ ਰਿਸੋਰਸਿਸ ਨੇ ਜਾਂ ਸੋਰਸਿਸ ਨੇ ਜਿੱਥੇ ਸਰਕਾਰ ਸਟੇਟ ਦੀ ਟੈਕਸ ਲਾ ਸਕਦੀ, ਜਿੱਦਾਂ ਗੱਡੀਆਂ ਦੇ ਉੱਤੇ, ਜਿੱਦਾਂ ਲੈਂਡ ਦੀ ਰਜਿਸਟਰੀ ਦੇ ਉੱਤੇ, ਜਿੱਦਾਂ ਬਿਜਲੀ ਦੇ ਉੱਪਰ, ਤਾਂ ਬਾਕੀ ਚੀਜ਼ਾਂ, ਸ਼ਰਾਬ ਦੇ ਉੱਤੇ, ਬਾਕੀ ਜਿਹੜੀਆਂ ਚੀਜ਼ਾਂ ਸੀਗੀਆਂ, ਕੋਈ ਚੀਜ਼ ਕਿਤੋਂ ਆ ਰਹੀ ਹੈ ਜਾਂ ਆਕਟਰੋਏ ਸੇਲਸ ਟੈਕਸ, ਇਹ ਖਤਮ ਹੋ ਗਈਆਂ। ਤਾਂ ਹੁਣ ਸਾਨੂੰ ਇਹ ਦੇਖਣਾ ਪਏਗਾ ਕਿ ਜਦੋਂ ਕੇਂਦਰ ਸਰਕਾਰ ਨੇ ਇਹ ਸਰਕਾਰਾਂ ਨੂੰ ਕਿਹਾ ਸੀਗਾ, ਸੂਬਿਆਂ ਨੂੰ ਕਿਹਾ ਸੀਗਾ ਕਿ ਅਸੀਂ ਤੁਹਾਨੂੰ 5 ਸਾਲ ਦੇ ਲਈ ਕੰਪਨਸੇਸ਼ਨ ਦੇਵਾਂਗੇ, ਤਾਂ ਹੁਣ ਲੱਗਦਾ ਨਹੀਂ ਕਿ ਇਹ ਅੱਗੇ ਵਧੇਗਾ। ਭਾਵੇਂ ਕੇਂਦਰ ਸਰਕਾਰ ਨੇ ਆਪ ਆਪਣੇ ਲਈ ਇੱਕ ਕੰਪਨਸੇਸ਼ਨ ਸੈਸ ਬਣਾਇਆ ਸੀਗਾ ਜਿਹੜਾ ਲੋਕਾਂ ਦੇ ਉੱਤੇ ਲੱਗਦਾ ਹੈ ਜੀ, ਉਸ ਸੈਸ ਦੇ ਨਾਲ ਭਾਵੇਂ ਕੇਂਦਰ ਸਰਕਾਰ ਨੇ ਉਹਨੂੰ ਵਧਾ ਲਿਆ 2026 ਤੱਕ, ਔਰ ਉਹਦੇ ਚੋਂ ਪੈਸਾ ਇਕੱਠਾ ਕਰਕੇ ਉਹਨਾਂ ਨੇ ਸੂਬਿਆਂ ਨੂੰ ਵੀ ਦੇਣਾ ਸੀ, ਲੇਕਿਨ ਸੂਬਿਆਂ ਨੂੰ ਮੁਆਵਜ਼ਾ ਦੇਣਾ ਕੇਂਦਰ ਨੇ ਬੰਦ ਕਰਤਾ। ਹੁਣ ਇੱਥੇ 2 ਚੀਜ਼ਾਂ ਸਾਨੂੰ ਹੋਰ ਦੇਖਣ ਵਾਲੀਆਂ। ਪਹਿਲੀ ਤਾਂ ਕਿ ਸਟੇਟਸ ਜਿਹੜੀਆਂ ਨੇ ਉਹ ਹੁਣ ਡਿਮਾਂਡ ਕਰਨਗੀਆਂ ਕਿ
ਜਿਹੜਾ GST ਦਾ ਰੇਟ ਆ ਉਹ ਵਧਾਇਆ ਜਾਵੇ ਜੀ। ਹੁਣ ਜੇ GST ਦਾ ਰੇਟ ਵੱਧਦਾ, ਮੰਨ ਲਓ 5% ਤੋਂ 8% ਤੱਕ ਵੱਧ ਜਾਂਦਾ, ਸਲੈਬ ਜਿਹੜੀ ਹੈ 5% ਵਾਲੀ ਔਰ 12% ਵਾਲੀ ਸਲੈਬ ਖਤਮ ਹੋ ਕੇ 18% ਤੇ ਚਲੇ ਜਾਂਦੀ ਹੈ, ਤਾਂ ਸਾਡੇ ਕੋਲ ਨਕਸ਼ਾ ਕੀ ਬਣੇਗਾ? ਪਹਿਲੀ 8% ਦੀ ਸਲੈਬ, ਦੂਜੀ 18% ਦੀ, ਤੀਜੀ 28% ਦੀ। 8, 18, 28 ਦੀਆਂ 3 ਸਲੈਬਸ ਆ ਜਾਣਗੀਆਂ। ਤਾਂ ਜੋ ਅਸੀਂ ਅੱਜ 5% ਤੇ ਹੈ ਜਾਂ 12% ਦੇ ਉੱਤੇ ਮੈਜੋਰਟੀ ਚੀਜ਼ਾਂ ਖਰੀਦ ਰਹੇ ਹਾਂ, ਉਹਨਾਂ ਦੇ ਰੇਟ ਵਧਣੇ ਤੈਅ ਹੈ। ਤਾਂ ਇਸ ਕਰਕੇ ਸਰਕਾਰ ਨਹੀਂ ਚਾਹੁੰਦੀ ਵੀ ਛੋਟੀ ਗੇਮ ਖੇਡ ਕੇ GST ਵਾਲੀ ਜਿਹੜੀ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਆ ਇਹਨਾਂ ਦੇ ਨਾਲ ਇਹਨਾਂ ਨੂੰ ਵਧਾ ਕੇ ਉਹ ਵੱਡੀ ਗੇਮ ਜਿਹੜੀ ਹੈਗੀ ਆ ਵੀ ਸਟੇਟਾਂ ਨੂੰ ਜਿਹੜਾ ਮੁਆਵਜ਼ਾ ਦੇਣਾ, ਉਹ ਦੂਜੀ ਚੀਜ਼ ਇਹਦੇ ਵਿੱਚ ਦੇਖਣ ਵਾਲੀ ਹੈ ਵੀ ਸੈਂਟਰ ਸਰਕਾਰ ਨੇ ਐਤਕੀ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਹੈ, ਉਹ ਕਹਿੰਦੀ ਹੈ 1 ਲੱਖ ਕਰੋੜ ਰੁਪਏ ਦਾ ਕਰਜ਼ਾ ਜੀ ਸਟੇਟਸ ਨੂੰ ਮਿਲੇਗਾ। ਹੁਣ ਦੇਖੋ ਜੀ, ਉਹਦੀਆਂ ਰੈਪਰਕਸ਼ਨਸ ਬਹੁਤ ਵੱਡੀਆਂ ਨੇ। ਜੇ ਪਹਿਲਾਂ ਤਾਂ ਉਹ ਇੱਕ ਕਰਜ਼ਾ ਹੈ, ਸਟੇਟਸ ਨੂੰ ਕਰਜ਼ਾ ਮਿਲੇਗਾ ਜਿਹਦਾ ਔਰ ਉਹ ਕਰਜ਼ਾ ਸਟੇਟ ਨੂੰ ਮੋੜਨਾ ਵੀ ਪਏਗਾ। ਜੀ ਜੀ ਜੀ। ਹੁਣ ਜੇ ਉਹ ਕਰਜ਼ਾ ਸਟੇਟਸ ਲੈ ਲੈਂਦੀਆਂ ਤਾਂ ਪੋਸੀਬਲ ਹੈ ਕਿ ਕੱਲ ਨੂੰ ਕੇਂਦਰ ਸਰਕਾਰ ਜਿਹੜੀਆਂ ਸੈਂਟਰਲੀ ਸਪਾਂਸਰਡ ਸਕੀਮਸ ਨੇ, ਕੁਝ ਇਦਾਂ ਦੀਆਂ ਲੋਕਾਂ ਦੇ ਲਈ ਬਣਾਈਆਂ ਹੋਈਆਂ ਸਕੀਮਾਂ ਨੇ ਜਿੱਥੋਂ ਆਪਣਾ ਹੱਥ ਪਿੱਛੇ ਖਿੱਚ ਲਏਗੀ। ਜੇ ਕੇਂਦਰ ਸਰਕਾਰ ਆਪਣਾ ਹੱਥ ਇਹਨਾਂ ਸਕੀਮਾਂ ਤੋਂ ਪਿੱਛੇ ਖਿੱਚ ਲੈਂਦੀ ਹੈ, ਮੰਨ ਲਓ ਮਨਰੇਗਾ ਵਰਗੀ ਸਕੀਮ ਹੀ ਹੈ, ਜੇ ਕੇਂਦਰ ਸਰਕਾਰ ਮਨਰੇਗਾ ਦੇ ਵਿੱਚੋਂ ਹੱਥ ਪਿੱਛੇ ਖਿੱਚ ਦਿੰਦੀ ਹੈ, ਮਨਰੇਗਾ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਕਿਹਦੀ ਆ ਜਾਏਗੀ? ਸਟੇਟ ਦੀ ਆ ਜਾਏਗੀ। ਜੇ ਸਟੇਟ ਤੇ ਆਉਂਦੀ ਹੈ, ਹੁਣ ਸਟੇਟ ਜੇ ਚਲਾਉਂਦੀ ਹੈ ਤਾਂ ਫਸਦੀ ਹੈ ਕਿਉਂਕਿ ਪੈਸਾ ਹੈ ਨਹੀਂ, ਜੇ ਨਹੀਂ ਚਲਾਉਂਦੀ ਤਾਂ ਲੋਕ ਸਟੇਟ ਤੋਂ ਪਿੱਛਾ ਜੀ ਛੱਡਦੇ। ਜਿਹੜੀ ਸੂਬਾਈ ਸਰਕਾਰ ਹੈ ਵੀ ਇਹ ਸਰਕਾਰ ਜਿਹੜੀ ਹੈ ਸਾਡਾ ਕੰਮ ਨਹੀਂ ਕਰਦੀ, ਸਾਡੇ ਲਈ ਪੈਸਾ ਨਹੀਂ ਖਰਚਦੀ। ਤਾਂ ਇਦਾਂ ਦੀ ਇੱਕ ਬੜੀ ਸਥਿਤੀ ਬੜੀ ਗੰਭੀਰ ਜੀ ਬਣ ਕੇ ਸਾਹਮਣੇ ਆ ਰਹੀ ਹੈ। ਜਿਹੜੀ ਕੇਂਦਰ ਸਰਕਾਰ ਹੈ ਉਹ ਉਲਝਾ ਰਹੀ ਹੈ ਗੇਮਾਂ ਨੂੰ, ਜਿਹੜੀਆਂ ਸਟੇਟਸ ਨੂੰ ਇਹਨਾਂ ਨੂੰ ਉਲਝਾ ਕੇ ਰੱਖਿਆ ਹੋਇਆ। ਤਾਂ ਸਾਹਮਣੇ ਤਾਂ ਇਹੀ ਨਜ਼ਰ ਆਉਂਦਾ ਹੈ ਜੀ ਵੀ ਹਜੇ ਸੌਖਾ ਨਹੀਂ ਹੋਏਗਾ ਕੰਮ ਜਿਹੜਾ ਹੈ ਸਟੇਟਸ ਦੇ ਲਈ ਵੀ। ਸੋ ਪੰਜਾਬ ਦੇ ਵਿੱਚ ਹੁਣ ਨਵੀਂ ਗਵਰਨਮੈਂਟ ਬਣ ਰਹੀ ਆ, ਸਭ ਤੋਂ ਵੱਡਾ ਚੈਲੰਜ ਹੈ ਇਕਨੋਮੀ ਦਾ। ਸੋ ਬਰੀਫ ਇੱਕ ਛੋਟਾ ਜਿਹਾ ਆਨਸਰ ਜੋ ਸਾਡੇ ਦਰਸ਼ਕਾਂ ਲਈ ਆ, ਕਾਮਨ ਜੋ ਲੋਕ ਨੇ, ਪੰਜਾਬ ਦੇ ਆਮ ਲੋਕ ਨੇ ਜੋ ਪੰਜਾਬ ਦੇ, ਉਹਨਾਂ ਵਾਸਤੇ ਸਰਕਾਰ ਨੂੰ ਕੀ ਕਰਨਾ ਚਾਹੀਦਾ, ਸ਼ੁਰੂਆਤ ਕਿੱਦਾਂ ਕਰਨੀ ਚਾਹੀਦੀ ਹੈ? ਕਿਉਂਕਿ ਇਕਨੋਮੀ ਦੀ ਹਾਲਤ ਸਾਨੂੰ ਸਭ ਨੂੰ ਪਤਾ, ਪੰਜਾਬ ਦੀ ਇਕਨੋਮੀ ਦੀ ਕੀ ਹਾਲਤ ਆ। ਤਾਂ ਕਾਮਨ ਮੈਨ ਦੇ ਪਰਸਪੈਕਟਿਵ ਨਾਲ ਕੀ ਪਹਿਲਾ ਸਟੈਪ ਹੋਣਾ ਚਾਹੀਦਾ? ਗਵਰਨਮੈਂਟ ਜਿਹੜੀ ਨਵੀਂ ਫਾਰਮ ਹੋ ਰਹੀ ਹੈ, ਪੰਜਾਬ ਦੀ ਇਕਨੋਮੀ ਨੂੰ ਅਸੀਂ ਸਾਹਮਣੇ ਰੱਖਦੇ ਹਾਂ ਫੋਕਸ ਦੇ ਵਿੱਚ। ਦੇਖੋ ਜੀ, ਆਪਾਂ ਨੂੰ ਕੀ ਕਰਨਾ ਚਾਹੀਦਾ ਉਸ ਤੋਂ ਪਹਿਲਾਂ ਇਹ ਦੇਖੀਏ ਵੀ ਕੀ ਹੋਏਗਾ। ਓਕੇ, ਕਰਤਾ ਸੀ ਉਸ ਦੇ ਬਾਅਦ ਸਕਾਂਗੇ। ਹੁਣ ਜੋ ਸਾਹਮਣੇ ਨਜ਼ਰ ਆ ਰਿਹਾ ਹੋਣ ਵਾਲਾ ਵੀ ਕੀ ਹੋ ਸਕਦਾ, ਪਹਿਲੀ ਚੀਜ਼ ਮੈਂ ਤੁਹਾਨੂੰ ਦੱਸੀ ਵੀ ਇਹ ਜਿਹੜੀ ਸਰਕਾਰ ਆਈ ਹੈ, ਜਿਹੜੀ ਭਗਵੰਤ ਮਾਨ ਜੀ ਜਿਸ ਸਰਕਾਰ ਨੂੰ ਲੀਡ ਕਰ ਰਹੇ ਨੇ, ਇਹ ਫਰੀਬੀਜ਼ ਦੇ ਉੱਪਰ ਆਈ ਹੈ। ਇਹਨਾਂ ਨੇ ਕਿਹਾ ਵੀ ਅਸੀਂ ਬਿਜਲੀ ਵੀ ਮੁਫਤ ਦੇਵਾਂਗੇ, ਅਸੀਂ ਲੇਡੀਜ਼ ਨੂੰ 1000 ਰੁਪਈਆ ਵੀ ਦੇਵਾਂਗੇ। ਤਾਂ ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹ ਹੈ 3.25 ਲੱਖ ਕਰੋੜ ਰੁਪਈਆ ਤਕਰੀਬਨ। ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ 200-400 ਕਰੋੜ ਰੁਪਈਆ ਦਾ ਹੋਰ ਭਾਰ ਪਾਉਣਗੀਆਂ ਸਰਕਾਰ ਦੇ ਖਜ਼ਾਨੇ ਦੇ ਉੱਤੇ। ਠੀਕ, ਹੁਣ ਪਹਿਲੀ ਚੀਜ਼ ਤਾਂ ਇਹ ਸਾਹਮਣੇ ਹੈ ਵੀ ਇਹ ਜਿਹੜਾ ਕਰਜ਼ਾ ਹੈ, ਜਿਹੜਾ ਖਰਚਾ ਹੈ, ਇਹ ਸਾਹਮਣੇ ਖੜਾ। ਸਰਕਾਰ ਜੇ ਨਹੀਂ ਕਰਦੇ ਤਾਂ ਫਸਦੇ ਆ, ਜੇ ਕਰਦੇ ਆ ਮੈਂ ਫਿਰ ਦੱਸ ਰਿਹਾ ਵੀ ਫਿਰ ਇਹਨਾਂ ਨੇ ਫਸਣਾ। ਦੂਜੀ ਚੀਜ਼ ਜਿਹੜੀ ਹੈ, ਜੇ ਇਹ ਸੋਚ ਲੈਂਦੀ ਹੈ ਸਰਕਾਰ ਵੀ ਚਲੋ ਅਸੀਂ ਕਰਜ਼ਾ ਲੈ ਕੇ ਇਸ ਚੀਜ਼ ਨੂੰ ਕਰ ਦਈਏ, ਲੋਕਾਂ ਨੂੰ ਅਸੀਂ ਖੁਸ਼ ਤਾਂ ਕਰਨਾ, ਤਾਂ ਅਸੀਂ ਕਰਜ਼ਾ ਲੈ ਕੇ ਕਰ ਦਈਏ, ਤਾਂ ਕਰਜ਼ਾ ਵੀ ਇਹਨਾਂ ਨੂੰ ਸਸਤਾ ਨਹੀਂ ਮਿਲਣਾ। ਇਹਨਾਂ ਦੀ ਸਾਖ ਟੁੱਟੀ ਹੋਈ ਆ ਮਾਰਕੀਟ ਦੇ ਵਿੱਚ। ਜਦੋਂ ਕੇਂਦਰ ਸਰਕਾਰ ਨੂੰ, ਆਪਾਂ ਪਹਿਲੇ ਭਾਗ ਦੇ ਵਿੱਚ ਜਿਹੜੀ ਗੱਲ ਕੀਤੀ, ਜਦੋਂ ਕੇਂਦਰ ਸਰਕਾਰ ਨੂੰ ਕਰਜ਼ੇ ਮਹਿੰਗੇ ਮਿਲ ਰਹੇ ਆ, ਵਰਲਡ ਓਵਰ ਰੇਟ ਆਫ ਇੰਟਰਸਟ ਵਧਣੇ ਸ਼ੁਰੂ ਹੋ ਗਏ, ਤਾਂ ਪੰਜਾਬ ਸਰਕਾਰ ਨੂੰ ਕਰਜ਼ਾ ਸਸਤਾ ਕਿੱਥੋਂ ਮਿਲ ਸਕਦਾ? 3.25 ਲੱਖ ਕਰੋੜ ਦੇ ਕਰਜ਼ੇ ਦੇ ਵਿੱਚ ਬੈਠੀ ਸਰਕਾਰ, ਉਹਨੂੰ ਕਰਜ਼ਾ ਹੋਰ ਮਹਿੰਗਾ ਮਿਲੇਗਾ। ਤਾਂ ਪਹਿਲਾ ਪੁਆਇੰਟ ਤਾਂ ਇੱਥੇ ਇਹ ਸਾਨੂੰ ਦੇਖਣਾ ਚਾਹੀਦਾ ਵੀ ਸਰਕਾਰ ਜਿਹੜੀ ਹੈ ਨਾ ਕੁਛ ਇਦਾਂ ਦਾ ਕੰਮ ਕਰੇ, ਪੈਸਾ ਜਿਹੜਾ ਹੈ, ਇਹ ਜਿਹੜਾ ਖਰਚਾ ਹੈ, ਫਜ਼ੂਲ ਖਰਚਾ ਜਿਹੜਾ ਹੈਗਾ, ਇਹਨੂੰ ਇਹ ਸੋਚੇ ਵੀ ਉਹਦਾ ਉਪਰਾਲਾ ਕਿੱਥੋਂ ਪੈਸਾ ਲਿਆਂਦਾ ਜਾਵੇ। ਨੈਕਸਟ ਟਾਈਮ ਕਰਜ਼ਾ ਲੈ ਕੇ ਇਹ ਕੰਮ ਨਾ ਕੀਤਾ ਜਾਵੇ, ਆਪਣੇ ਜਿਹੜੇ ਹੋਰ ਸੋਰਸਿਸ ਨੇ ਉੱਥੋਂ ਪੈਸਾ ਇਕੱਠਾ ਕਰਕੇ ਫਿਰ ਇਹਦੇ ਤੇ ਲਾਉਣ ਤਾਂ ਠੀਕ ਹੈ। ਦੂਸਰੀ ਜਿਹੜੀ ਚੀਜ਼ ਹੈ ਵੀ
ਜਿੱਦਾਂ ਰਾਜਸਥਾਨ ਔਰ ਛੱਤੀਸਗੜ੍ਹ ਦੇ ਵਿੱਚ ਹੋਇਆ 올ਡ ਪੈਨਸ਼ਨ ਸਕੀਮ, ਉਹ ਸਾਹਮਣੇ ਖੜੀ ਹੈ ਜੀ। ਜੇ ਤੁਸੀਂ 올ਡ ਪੈਨਸ਼ਨ ਸਕੀਮ ਤੇ ਜਾਂਦੇ ਹੋ, ਜੇ ਹੁਣ ਜੇ ਆਮ ਆਦਮੀ ਪਾਰਟੀ ਦੀ ਸਰਕਾਰ 올ਡ ਪੈਨਸ਼ਨ ਸਕੀਮ ਤੇ ਨਹੀਂ ਜਾਏਗੀ ਤਾਂ ਇਹ ਵੀ ਫਸ ਜਾਣਗੇ। ਉੱਥੇ ਮੁਲਾਜ਼ਮ ਲੋਕ ਜਿਹੜੇ ਹੈ ਜਿਹੜੇ ਕਾਂਗਰਸ ਨੂੰ ਹਰਾਉਣ ਦੇ ਵਿੱਚ ਮੁਲਾਜ਼ਮ ਲੋਕਾਂ ਦਾ ਬਹੁਤ ਵੱਡਾ ਹੱਥ ਰਿਹਾ। ਰਾਈਟ ਸਰ। ਕਿਉਂਕਿ ਉਹਨਾਂ ਨੇ ਡੀਏ ਟਾਈਮ ਤੇ ਨਹੀਂ ਦਿੱਤੇ, ਪੈਨਸ਼ਨਾਂ ਟਾਈਮ ਤੇ ਨਹੀਂ ਦਿੱਤੀਆਂ, ਤਨਖਾਹਾਂ ਟਾਈਮ ਤੇ ਨਹੀਂ ਦਿੱਤੀਆਂ, ਜਿਹਦੇ ਕਰਕੇ ਕਦੇ ਡਾਕਟਰ ਉਹਨਾਂ ਤੋਂ ਦੁਖੀ ਸੀ, ਕਦੇ ਟੀਚਰਸ ਉਹਨਾਂ ਤੋਂ ਦੁਖੀ ਸੀ, ਕਦੇ ਆਂਗਨਵਾੜੀ ਵਾਲੇ ਵਰਕਰਸ ਉਹਨਾਂ ਦੁਖੀ ਸੀ। ਤਾਂ ਇਹ ਜਿਹੜੀ ਚੀਜ਼ ਹੈ ਹੁਣ 올ਡ ਏਜ ਜਿਹੜੀ ਪੈਨਸ਼ਨ ਆ ਰਹੀ ਹੈ, 올ਡ ਪੈਨਸ਼ਨ ਸਕੀਮ ਜਿਹੜੀ ਆ ਰਹੀ ਹੈ, ਜੇ ਸਰਕਾਰ 올ਡ ਪੈਨਸ਼ਨ ਸਕੀਮ ਲਾਗੂ ਕਰਦੀ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ, ਤਾਂ ਉਹਦੇ ਉੱਤੇ ਵੀ ਖਰਚਾ ਸਰਕਾਰ ਨੂੰ ਕਰਨਾ ਪਏਗਾ। ਤੀਸਰੀ ਚੀਜ਼ ਹੈ ਵੀ ਜਿਹੜੀ ਇਹਨਾਂ ਨੇ ਬਿਜਲੀਆਂ ਦੀ ਗੱਲ ਕੀਤੀ ਹੈ, ਪਾਵਰ ਡਿਸਕੌਮ, ਉਹ ਤਾਂ ਪਹਿਲਾਂ ਹੀ ਘਾਟੇ ਦੇ ਵਿੱਚ ਹੈ। ਸਾਡਾ ਪਾਵਰ ਡਿਸਕੌਮ ਤਾਂ ਪਹਿਲਾਂ ਹੀ ਘਾਟੇ ਦੇ ਵਿੱਚ ਹੈ। ਫਿਰ ਸਾਡਾ ਖਰਚਾ ਜਿਹੜਾ ਹੈ ਬਿਜਲੀ ਦੇ ਉੱਤੇ 9000 ਕਰੋੜ ਰੁਪਈਆ ਹੈ ਸਾਲਾਨਾ ਖਰਚਾ, ਜਿਹੜਾ ਸਰਕਾਰ ਦਾ ਐਗਰੀਕਲਚਰ ਸੈਕਟਰ ਨੂੰ ਫ੍ਰੀ ਬਿਜਲੀ ਦੇਣ ਦਾ 9000 ਕਰੋੜ ਰੁਪਈਏ ਦਾ ਹੈ। ਹੁਣ ਕਿਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਉਹ 9000 ਕਰੋੜ ਰੁਪਈਆ ਵਿਡਰਾਅ ਕਰਦੀ ਹੈ ਜਾਂ ਨਹੀਂ ਕਰਦੀ, ਜਾਂ ਮੁਫਤ ਬਿਜਲੀ ਦਿੰਦੀ? ਜੇ ਮੁਫਤ ਬਿਜਲੀ ਦਿੰਦੀ ਹੈ ਤਾਂ ਜਿਹੜੇ ਸਾਡੇ ਡਿਸਕੌਮਸ ਹੈਗੀਆਂ ਨੇ, ਪਾਵਰ ਸੈਕਟਰ ਦੀਆਂ ਜਿਹੜੀਆਂ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ, PSPCL, ਉਹ ਤਾਂ ਹੋਰ ਕਰਜ਼ੇ ਦੇ ਵਿੱਚ ਜਾਏਗੀ। ਤੁਸੀਂ ਉਹਦਾ ਕਰਜ਼ਾ, ਉੱਥੋਂ ਦਾ ਕਰਜ਼ਾ ਇਸ ਪਾਸੇ ਲਾ ਰਹੇ ਹੋ, ਉਹਨਾਂ ਨੂੰ ਫ੍ਰੀ ਦੇ ਰਹੇ ਹੋ, ਕਿਸਾਨਾਂ ਨੂੰ ਤਾਂ ਫ੍ਰੀ ਦੇ ਰਹੇ ਹੋ। ਖਰਚਾ ਜਿਹੜਾ ਹੈ, ਜਿਹੜਾ ਕਰਜ਼ਾ ਜਿਹੜਾ ਉਹ ਪਾਵਰ ਸੈਕਟਰ ਲੈ ਰਹੀ ਹੈ, PSPCL। ਇੱਥੇ ਇੱਕ ਚੀਜ਼ ਹੋਰ ਹੈ ਜੀ, ਅਸਾਮ ਦੇ ਵਿੱਚ ਹੁਣ ਲੇਟੈਸਟ ਹੋਇਆ ਕੀ ਹੈ, NTPC ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਨੇ ਅਸਾਮ ਸਰਕਾਰ ਨੂੰ ਬੜੇ ਸਫੇਦ ਅਕਸ਼ਰਾਂ ਦੇ ਵਿੱਚ ਇਹ ਗੱਲ ਕਹਿਤੀ, ਕਹਿੰਦੇ ਵੀ 2134 ਕਰੋੜ ਰੁਪਈਏ ਦਾ ਤੁਹਾਡੇ ਉੱਤੇ ਕਰਜ਼ਾ ਹੈ। ਜੇ ਤਾਂ ਉਹ ਕਰਜ਼ਾ ਅਸਾਮ ਦੀ ਜਿਹੜੀ ਡਿਸਕੌਮਸ ਹੈਗੀਆਂ, ਡਿਸਟ੍ਰੀਬਿਊਸ਼ਨ ਕੰਪਨੀ, ਜੇ ਵਾਪਸ ਦੇਣਗੇ ਤਾਂ ਬਿਜਲੀ ਮਿਲੇਗੀ, ਨਹੀਂ ਤਾਂ ਬਿਜਲੀ ਨਹੀਂ ਮਿਲੇਗੀ ਸੈਂਟਰ ਤੋਂ, ਜਿਹੜੀਆਂ ਬਿਜਲੀ ਜਨਰੇਸ਼ਨ ਵਾਲੀਆਂ ਕੰਪਨੀਆਂ ਨੇ। ਹੁਣ ਭਗਵੰਤ ਮਾਨ ਜੀ ਨੂੰ ਇਹ ਵੀ ਦੇਖਣਾ ਪਏਗਾ, ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਾਹਮਣੇ ਫਿਰ ਆਪਣੀ ਯੋਜਨਾਬੰਦੀ ਕਰਨ ਵੀ ਅਸੀਂ ਪੈਸਾ ਕਿੱਥੋਂ ਲਿਆਉਣਾ ਹੈ ਤੇ ਕਿੱਥੇ ਖਰਚਣਾ ਹੈ, ਫਿਰ ਕੋਈ ਗੱਲ ਬਣ ਸਕਦੀ ਹੈ। ਨਹੀਂ ਤਾਂ ਗੇਮ ਉੱਥੇ ਹੀ ਜਾ ਕੇ ਲਟਕੇਗੀ ਜੀ। ਫਿਰ ਬਈ ਸਰਕਾਰ ਜਿਹੜੀ ਹੈ ਟੈਕਸ ਨਵੇਂ ਲਾਏਗੀ, ਬੋਰੋ ਕਰੇਗੀ, ਫਿਰ ਟੈਕਸ ਲਾਏਗੀ, ਫਿਰ ਬੋਰੋ ਕਰੇਗੀ, ਲੋਕਾਂ ਨੂੰ ਨਹੀਂ ਭਲਾ ਕਰੇਗੀ, ਫਿਰ ਟੈਕਸ ਲਾਏਗੀ, ਟੈਕਸ ਜ਼ਿਆਦਾ, ਲੋਕਾਂ ਦੀ ਭਲਾਈ ਦੇ ਉੱਤੇ ਪੈਸਾ ਘੱਟ, ਨਾਲ ਬੋਰੋਇੰਗਸ, ਜੋ ਹਜੇ ਤੱਕ ਹੁੰਦਾ ਆਇਆ ਪਿਛਲੇ 20 ਸਾਲਾਂ ਦੇ ਵਿੱਚ ਅਸੀਂ ਦੇਖਦੇ ਆ ਰਹੇ ਹਾਂ, ਉਹੀ ਚੀਜ਼ ਇੱਥੇ ਵੀ ਰੈਪਲੀਕੇਟ ਹੋਏਗੀ। जी राजीव सर, थैंक यू वेरी मच फॉर दिस इंफॉर्मेटिव टॉक, फॉर दिस वंडरफुल टॉक। थैंक यू सो मच सर। थैंक यू। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਪੰਜਾਬ ਚਰਚਾ ਦਾ ਹਿੱਸਾ ਬਣਦੇ ਹੋ। ਤਾਂ ਅਸੀਂ ਸਾਰੇ ਪੰਜਾਬ ਨੂੰ ਮਿਲ ਕੇ ਮਜ਼ਬੂਤ ਬਣਾਈਏ, ਖੂਬਸੂਰਤ ਬਣਾਈਏ। ਜਿਸ ਤਰ੍ਹਾਂ ਦੀ ਇਹਦੀ ਰਚਨਾ ਕਰਨਾ ਚਾਹੁੰਦੇ ਹਾਂ, ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।